ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਕਿਸਾਨਾਂ ਦੇ ਨਵੇਂ ਸੁਨੇਹਿਆਂ ਨੂੰ ਦੇਖਦਿਆਂ, ਜਿਵੇਂ ਕਿ ਐਮਪੀ ਦਾ ਰੋਡ ਜਾਮ ਜਾਂ ਅੱਗੇ ਪਾਰਲੀਮੈਂਟ ਨੂੰ ਘੇਰਨਾ ਹੈ, ਤਾਂ ਇਸ ਦੇ ਨਾਲ ਬੀਜੇਪੀ ਨੂੰ ਹੁਣ ਤੱਕ ਕੀ ਫਰਕ ਪਿਆ? ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੈ, ਇਸ ਸਮੇਂ ਦੌਰਾਨ ਬੜੀ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਕਿਤੇ ਅੰਦੋਲਨ ਨੂੰ ਵੀ ਸੱਟ ਲੱਗੀ ਤੇ ਕਿਤੇ ਸਰਕਾਰ ਜਿਹੜੀ ਹੈ ਉਹ ਇਸ ਦੇ ਖਿਲਾਫ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀ ਜਿਹੜੀ ਨਜ਼ਰ ਆਈ ਬੀਜੇਪੀ ਦੀ। ਤੇ ਹੁਣ ਅਸੀਂ ਇਸ ਉੱਤੇ ਚਰਚਾ ਕਰਾਂਗੇ ਕਿ ਅੰਦੋਲਨ ਨੂੰ ਫਰਕ ਕੀ ਪਿਆ, ਜਿਵੇਂ ਦੇ ਬਿਆਨ ਸਾਹਮਣੇ ਆਉਂਦੇ ਰਹੇ ਨੇ। ਹੁਣ ਇੱਕ ਹੋਰ ਵੱਡੀ ਖਬਰ ਜਿਹੜੀ ਚਰਚਾ ਦੇ ਵਿੱਚ ਹੈ ਕਿ ਸੋਨੀਪਤ ਦੇ ਲਾਗੇ ਕਿਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪ੍ਰੋਗਰਾਮ ਕਰਨਾ ਸੀ 14 ਤਰੀਕ ਨੂੰ, ਤੇ ਉਹਨੂੰ ਲੈ ਕੇ ਵੀ ਕਿਸਾਨਾਂ ਨੇ ਵਿਰੋਧ ਕੀਤਾ। ਟਕੈਤ ਸਾਹਿਬ ਹੋ ਗਏ, ਡੱਲੇਵਾਲ ਸਾਹਿਬ ਹੋ ਗਏ, ਇਹਨਾਂ ਨੇ ਰਲ ਕੇ ਮੀਟਿੰਗ ਕੀਤੀ, ਤਾਂ ਉਹਦੇ ਦੌਰਾਨ ਸਰਕਾਰ ਨੇ ਵੀ ਆਪਣਾ ਫੈਸਲਾ ਬਦਲ ਲਿਆ ਕਿ ਉੱਥੇ ਨਹੀਂ ਜਾਇਆ ਜਾਏਗਾ। ਅੰਬੇਦਕਰ ਸਾਹਿਬ ਦੀ ਕੋਈ ਜਯੰਤੀ ਸੀ, ਸ਼ਾਇਦ ਉੱਥੇ ਬੁੱਤ ਲੱਗਣਾ ਸੀ। ਕਿਸਾਨ ਕਹਿੰਦੇ ਕਿ ਅਸੀਂ ਬੁੱਤ ਦੇ ਖਿਲਾਫ ਨਹੀਂ, ਅਸੀਂ ਅੰਬੇਦਕਰ ਸਾਹਿਬ ਦੇ ਖਿਲਾਫ ਨਹੀਂ, ਅਸੀਂ ਖਿਲਾਫ ਹਾਂ ਤਾਂ ਸਰਕਾਰ ਦੇ ਖਿਲਾਫ, ਬੀਜੇਪੀ ਦੇ ਖਿਲਾਫ, ਮਨੋਹਰ ਲਾਲ ਖੱਟਰ ਦੇ ਖਿਲਾਫ। ਇਹ ਉਹ ਖਬਰਾਂ ਨੇ ਜਿਨ੍ਹਾਂ ਤੇ ਅਸੀਂ ਚਰਚਾ ਕਰਾਂਗੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕ ਰਾਜ ਚੈਨਲ ਪੰਜਾਬੀ ਤੇ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਪ੍ਰੋਫੈਸਰ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ, ਜਿਵੇਂ ਮੈਂ ਕਿਹਾ ਕਿ ਹੁਣ ਤੱਕ ਬੀਜੇਪੀ ਨੂੰ ਕੀ ਫਰਕ ਪਿਆ, ਜਾਂ ਕਹਿ ਲਓ ਕਿ ਕੇਂਦਰ ਸਰਕਾਰ ਨੂੰ ਕੀ ਫਰਕ ਪਿਆ, ਸਰਕਾਰਾਂ ਨੂੰ ਕੀ ਫਰਕ ਪਿਆ? ਜੇ ਆਪਾਂ ਪੰਜਾਬ ਸਰਕਾਰ ਦੀ ਵੀ ਗੱਲ ਕਰੀਏ, ਮਤਲਬ ਕਿ ਓਵਰਆਲ ਥੋੜਾ ਜਿਹਾ ਖੁੱਲ ਕੇ ਦੱਸਿਓ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੁਣ ਤੱਕ ਕੀ ਖੱਟਿਆ ਤੇ ਕੀ ਗਵਾਇਆ। ਦੇਖੋ, ਫਰਕ ਦਾ ਤੇ ਬੜਾ ਸਾਫ਼ ਆ। ਜਿੱਥੇ ਅਸੀਂ ਬੈਠੇ ਆ, ਪੰਜਾਬ, ਹਰਿਆਣਾ, ਪੱਛਮੀ ਯੂਪੀ ਚ, ਈਵਨ ਉੱਤਰਾਖੰਡ ਦੇ ਵਿੱਚ, ਤੇ ਫਰਕ ਬੜਾ ਸਾਫ਼ ਨਜ਼ਰ ਆਉਂਦਾ ਕਿ ਇੱਥੇ ਬਿਨਾਂ ਕਿਸਾਨ ਦੀ ਮਰਜ਼ੀ ਤੋਂ ਹੋਰ ਕੁਝ ਚੱਲਦਾ ਨਹੀਂ। ਜੇ ਚੀਫ ਮਿਨਿਸਟਰ ਉਹ ਵੀ ਬੀਜੇਪੀ ਦੀ ਸਰਕਾਰ ਦਾ ਆਪਣਾ ਚੀਫ ਮਿਨਿਸਟਰ ਹੋਵੇ ਤੇ ਬਾਰ-ਬਾਰ ਉਹਨੂੰ ਰੈਲੀਆਂ ਕੈਂਸਲ ਕਰਨੀਆਂ ਪੈ ਰਹੀਆਂ, ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਅਸਲ 'ਚ ਚੱਲ ਕੇ ਦੀ ਰਹੀ ਹੈ। ਰਾਜ ਕਿਹਦਾ ਹੈ? ਰਾਜ ਕਿਸਾਨਾਂ ਦਾ ਹੈ ਜਾਂ ਬੀਜੇਪੀ ਦਾ? ਬੀਜੇਪੀ ਨੂੰ ਘਰੋਂ ਬਾਹਰ ਨਿਕਲਣ ਲਈ ਕਿਸਾਨਾਂ ਤੋਂ ਇਜਾਜ਼ਤ ਲੈਣੀ ਪਵੇ, ਜਾਂ ਉਹਨਾਂ ਦੇ ਮੂਡ ਨੂੰ ਵੇਖ ਕੇ ਕਿਤੇ ਬਾਹਰ ਨਿਕਲਣਾ ਪਵੇ, ਤਾਂ ਇੱਥੋਂ ਤੇ ਪਤਾ ਤੇ ਸਾਫ਼ ਲੱਗਦਾ ਕਿ ਬੀਜੇਪੀ ਨੂੰ ਅਸਰ ਕੀ ਪਿਆ। ਰਹੀ ਗੱਲ ਕਿ ਉਸ ਬੀਜੇਪੀ ਨੂੰ ਜਿਹੜੀ ਕੇਂਦਰ 'ਚ ਬੈਠੀ ਆ, ਮੋਦੀ ਅਮਿਤ ਸ਼ਾਹ ਵਾਲੀ ਬੀਜੇਪੀ, ਉਹਨਾਂ ਨੂੰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਅਸਰ ਨਹੀਂ ਪਿਆ। ਜੇ ਅਸਰ ਨਾ ਪਿਆ ਹੁੰਦਾ ਤੇ 11 ਮੀਟਿੰਗਾਂ ਨਾ ਕਰਦੇ। ਬਿਲਕੁਲ, ਉਹ ਅੜੇ ਹੋਏ ਹੈ। ਉਹਨਾਂ ਦੇ ਪਿੱਛੇ ਜਿਹੜੀਆਂ ਤਾਕਤਾਂ ਜਿੱਥੋਂ ਪੈਸੇ ਲੈ ਕੇ ਇਲੈਕਸ਼ਨਾਂ ਲੜਦੇ ਆ, ਔਰ ਜਿੱਥੇ ਉਹਨਾਂ ਨੇ ਵੱਡੇ ਵੱਡੇ ਵਾਅਦੇ ਕਰ ਦਿੱਤੇ ਆ, ਉੱਥੋਂ ਉਹਨਾਂ ਨੂੰ ਮਜਬੂਰੀ ਬਣੀ ਆ ਕਿ ਉਹ ਪਿੱਛੇ ਹਟਣਾ ਉਹਨਾਂ ਲਈ ਇੱਕ ਬੜੀ ਵੱਡੀ ਐਵੇਂ ਲੱਗਦਾ ਰਿਸਕ ਵਾਲੀ ਗੱਲ ਆ। ਰਿਸਕ ਕਿਸ ਕਿਸਮ ਦੇ ਆ? ਇੱਕ ਤੇ ਇਹ ਕਿ ਜੋ ਭਰੋਸਾ ਦਿੱਤਾ ਸੀਗਾ ਆਪਣੇ ਆਕਾਵਾਂ ਨੂੰ, ਉੱਥੇ ਜਿਹੜੇ ਜਿੱਥੋਂ ਪੈਸੇ ਲੈ ਕੇ ਇਲੈਕਸ਼ਨਾਂ ਲੜਦੇ ਆ, ਤਾਂ ਉਹਨਾਂ ਨੂੰ ਕੀ ਮੂੰਹ ਦਿਖਾਉਣਗੇ? ਫਿਰ ਅਗਲੀਆਂ ਇਲੈਕਸ਼ਨਾਂ ਲਈ ਪੈਸੇ ਕਿਵੇਂ ਮੰਗਣਗੇ? ਦੂਸਰਾ ਇਹ ਵੀ ਉਹਨਾਂ ਨੂੰ ਡਰਿਆ ਵੀ ਉਹਨਾਂ ਨੇ ਇੱਕ ਮਾੜਾ ਕੰਮ ਥੋੜੀ ਕੀਤਾ, ਜਿਹੜੇ ਬਾਕੀ ਦੇ ਸਾਰੇ ਮਾੜੇ ਕੰਮ ਕੀਤੇ ਆ। ਧਾਰਾ 370, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹੜਾ ਕਿ ਡਿਸਕ੍ਰਿਮੀਨੇਟਰੀ ਹੈਗਾ ਘੱਟ ਗਿਣਤੀਆਂ ਲਈ। ਇਸੇ ਤਰੀਕੇ ਦੇ ਨਾਲ ਉਦੋਂ ਬਾਅਦਾਂ ਲੇਬਰ ਦੇ ਕਾਨੂੰਨ ਆ, ਇਹ ਮਜ਼ਦੂਰ ਦੇ ਕਿਸਾਨਾਂ ਦੇ ਕਾਨੂੰਨ ਆ, ਕਈ ਹੋਰ ਗੱਲਾਂ ਜਿਹੜੀਆਂ ਕਾਨੂੰਨਾਂ ਲੈਵਲ ਤੇ। ਮੈਂ ਤੇ ਤੁਹਾਨੂੰ ਮੋਟੇ ਦੱਸ ਰਿਹਾ, ਇਹ ਫਿਰ ਸਾਰਿਆਂ ਤੇ ਚਰਚਾ ਛਿੜ ਜੂਗੀ ਕਿ ਜੇ ਇਹਨਾਂ ਨੂੰ ਵਾਪਸ ਕਰਦੇ ਆ ਉਹ ਵੀ ਖੜੇ ਹੋਣਗੇ। ਤੇ ਕਹਿ ਰਹੇ ਆ, ਮੋਦੀ ਵੀ ਕਹਿ ਰਿਹਾ, ਅਮਿਤ ਸ਼ਾਹ ਵੀ ਕਹਿ ਰਹੇ ਕਿ ਜੇ ਇਹਨਾਂ ਨੂੰ ਵਾਪਸ ਕਰਾਂਗੇ ਤਾਂ ਫਿਰ ਬਾਕੀ ਬਾਰੇ ਵੀ ਤੇ ਚਰਚਾ ਛਿੜੂਗੀ ਨਾ। ਤੇ ਹੁਣ ਆ ਵੀ ਕਰਦੇ ਨਾਲ ਲੱਗਦੇ ਹੱਥ, ਉਹ ਤੀਜਾ ਵੀ ਉੱਠ ਪੜਾ, ਫਿਰ ਸਰਕਾਰ ਦਾ ਚੱਲਣਾ ਹੀ ਮੁਸ਼ਕਲ ਹੋ ਜੂ। ਇਸ ਲਈ ਇਹਨਾਂ ਦੋ ਡਰ ਦੇ ਕਾਰਨ ਉਹ ਇੱਕ ਤੇ ਫਿਰ ਬਾਕੀ ਦੇ ਸਾਡੇ ਗੱਲ ਨਾ ਪੈ ਜਾਣ, ਰਾਜਨੀਤਿਕ ਸੰਕਟ ਖੜਾ ਹੋ ਜੂ। ਦੂਸਰਾ ਜਿਹੜਾ ਉਹਨਾਂ ਦਾ ਆਪਣਾ ਸੰਕਟ ਆ ਕਿ ਜੋ ਭਰੋਸੇ ਤੇ, ਜਿਨ੍ਹਾਂ ਨੂੰ ਲੋਕਾਂ ਦੇ ਇਸ਼ਾਰੇ ਤੇ ਸਾਰਾ ਕੁਝ ਕੀਤਾ, ਤੇ ਉਹਨਾਂ ਨੂੰ ਜਵਾਬ ਅਸੀਂ ਕੀ ਦਿਆਂਗੇ? ਹੁਣ ਉਹ ਕੰਮ ਦੱਬ ਘੁੱਟ ਕੇ ਕਰੀ ਜਾ ਰਹੇ। ਇਸ ਗੱਲ ਨੂੰ ਕਿਸਾਨ ਲੀਡਰਸ਼ਿਪ ਤੇ ਕਿਸਾਨ ਭਲੀ ਭਾਂਤ ਸਮਝਦੇ ਆ। ਉਹਨਾਂ ਨੇ ਪੈਰ ਪੂਛ ਤੇ ਰੱਖਿਆ, ਉਹ ਪੈਰ ਦਬਾਉਂਦੇ ਆ ਹੌਲੀ ਹੌਲੀ, ਕਦੀ ਕਦੀ ਜਿੰਨਾ ਕੁ ਲੋੜ ਪੈਂਦੀ ਆ। ਹੁਣ ਜਿਹੜਾ ਉਹਨਾਂ ਨੇ ਕਿਸਾਨ ਮਾਰਚ ਕਰਨਾ ਪਾਰਲੀਮੈਂਟ ਵੱਲ, ਉਹ ਕਿਉਂ ਆ? ਕਿਉਂਕਿ ਜੇ ਉੱਥੇ ਐਮਪੀ ਸਾਹਿਬਾਨ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਉਹ ਕਿਸਾਨਾਂ ਦੀ, ਲੋਕਾਂ ਦੀ ਹਿਫਾਜ਼ਤ ਵਿੱਚ ਜਾਂ ਉਹਨਾਂ ਦੀ ਮਦਦ ਨਹੀਂ ਕਰ ਸਕਦੇ, ਤਾਂ ਲੋਕ ਫਿਰ ਸਿੱਧਾ ਐਕਸ਼ਨ ਕਰਨਗੇ। ਸਿੱਧਾ ਐਕਸ਼ਨ ਤੇ ਇਹੀ ਹੈ ਨਾ ਕਿ ਫਿਰ ਆਪਣੀ ਆਵਾਜ਼ ਆਪ ਹੀ ਸੁਣਾਉਣਗੇ। ਜੇ ਐਮਪੀਆਂ ਕੋਲ ਨਹੀਂ ਮੂੰਹ ਚੋਂ ਕੋਈ ਗੱਲ ਨਿਕਲਦੀ, ਜਾਂ ਉਹ ਜਿਹੇ ਜ਼ਬਰਦਸਤ ਧਰਨੇ ਪ੍ਰਦਰਸ਼ਨ ਨਹੀਂ ਹੁੰਦੇ, ਜੇ ਜਿੱਥੇ ਕੇਜਰੀਵਾਲ ਦੀ ਸਰਕਾਰ ਆ ਉਹ ਵੱਡੇ ਪੱਧਰ ਤੇ ਆਪ ਕੋਈ ਰੈਲੀਆਂ ਕਰਕੇ ਕਿਸਾਨਾਂ ਦੇ ਹੱਕ 'ਚ ਨਹੀਂ ਖੜੇ ਹੋ ਸਕਦੇ,
ਤਾਂ ਫਿਰ ਤੇ ਕਿਸਾਨਾਂ ਨੂੰ ਆਪ ਹੀ ਜਾਣਾ ਪਊ ਅੱਗੇ। ਫਿਰ ਉਹਦੇ ਵਿੱਚ ਜਿਹਨੇ ਸ਼ਾਮਲ ਹੋਣਾ ਹੋ ਜਾਏ ਇਜਾਜ਼ਤ ਲੈ ਕੇ ਕਿਸਾਨਾਂ ਦੀ। ਇਸ ਕਿਸਮ ਦਾ ਮੈਨੂੰ ਓਵਰਆਲ ਸੁਖਵਿੰਦਰ ਜੀ ਮਾਹੌਲ ਇਹ ਲੱਗਦਾ ਕਿ ਇਉਂ ਨਹੀਂ ਹੈ ਕਿ ਕਿਸਾਨ ਕਿਸੇ ਗੱਲ ਤੋਂ ਪਿੱਛੇ ਹਟ ਗਏ। ਪਿੱਛੇ ਹਟ ਸਕਦੇ ਨਹੀਂ, ਕਿਉਂਕਿ ਪਿਛਾਂਹ ਮੁੜਨ ਲਈ ਜਗ੍ਹਾ ਵੀ ਨਹੀਂ ਹੈਗੀ। ਪਿਛਾਂਹ ਤੇ ਤਾਂ ਮੁੜਨਾ ਹੁੰਦਾ ਨਾ, ਪਿਛਾਂਹ ਮੁੜ ਕੇ ਜਾਣਾ ਕਿੱਥੇ ਆ? ਪਿੰਡਾਂ 'ਚ ਕਿਵੇਂ ਜਾਣਗੇ? ਪਿੰਡਾਂ 'ਚ ਤੇ ਇੱਕ ਵਾਅਦੇ ਕਰਕੇ ਹਰ ਪਿੰਡ ਚੋਂ ਕਲੈਕਸ਼ਨ ਹੋਈ ਆ, ਹਰ ਪਿੰਡ 'ਚ ਪੰਚਾਇਤਾਂ ਨੇ, ਲੋਕਾਂ ਨੇ ਬੜੀਆਂ ਉਮੀਦਾਂ ਲਾਈਆਂ। ਉੱਥੇ ਫਿਰ ਆਪਣਾ ਇੱਕ ਬਰਾਦਰੀ ਹੁੰਦੀ ਆ ਤੇ ਬੜਾ ਔਖਾ ਆ ਵਾਪਸ ਜਾਣਾ, ਵਾਪਸ ਨਹੀਂ ਹੋ ਜਾਣਗੇ। ਇਸ ਲਈ ਜੋ ਮੁਸੀਬਤਾਂ ਰਾਜਨੀਤਿਕ ਮੋਦੀ ਦੀਆਂ ਹੈਗੀਆਂ, ਜਿੱਥੇ ਉਹ ਫਸੇ ਹੋਏ ਆ, ਉਹੋ ਜਿਹੀਆਂ ਹੀ ਤਕਲੀਫਾਂ ਕਿਸਾਨ ਲੀਡਰਸ਼ਿਪ ਜਾਂ ਕਿਸਾਨ ਮੂਵਮੈਂਟ ਦੀਆਂ ਵੀ ਹੈਗੀਆਂ। ਜੋ ਇਹਨਾਂ ਉਮੀਦਾਂ ਤੋਂ ਬਾਅਦ, ਇੰਨੇ ਵੱਡੇ ਲੋਕਾਂ ਦੀਆਂ ਕੁਰਬਾਨੀਆਂ ਤੋਂ ਬਾਅਦ, ਉਹ ਬਿਨਾਂ ਕੁਛ ਉੱਥੋਂ ਲਿਆ ਵਾਪਸ ਨਹੀਂ ਜਾ ਸਕਦੇ। ਇਸ ਕਿਸਮ ਦਾ ਇਹ ਤਣਾਤਣੀ ਰਹੂਗੀ। ਮੇਰਾ ਖਿਆਲ ਹੈ ਚੰਗੀ ਗੱਲ ਇਹ ਹੈ ਕਿ ਕਿਸਾਨ ਲੀਡਰਸ਼ਿਪ ਨੇ ਆਪਣੇ ਪੁਰਾਣੇ ਤਜਰਬੇ ਚੋਂ ਇਹ ਪਹਿਲਾਂ ਹੀ ਧਾਰ ਕੇ ਗਏ ਸੀ। ਤੁਹਾਨੂੰ ਯਾਦ ਹੈ ਕਿ ਜਦੋਂ ਗਏ ਸੀ, ਪਿੱਛੇ ਪਾਣੀ ਬੱਧੇ ਸੀ, ਪਿੱਛੇ ਕੁਰਸੀਆਂ ਵੀ ਰੱਖੀਆਂ ਸੀ ਟਰਾਲੀਆਂ 'ਚ, ਤੇ ਅਲੱਗ ਟੈਂਕਰ ਪਾਣੀਆਂ ਦੇ, ਤੇ ਹੋਰ ਗੈਸ, ਚੁੱਲ੍ਹੇ, ਸਾਰਾ ਕੁਝ ਨਾਲ ਹੀ ਲੈ ਕੇ ਗਏ ਸੀ। ਇਹਦਾ ਮਤਲਬ ਇਹ ਉੱਥੇ ਹੱਥ ਲਾਉਣ ਨਹੀਂ ਸੀ ਗਏ। ਇਹਨਾਂ ਨੂੰ ਪਤਾ ਸੀ ਕਿ ਲੰਬਾ ਕੰਮ ਹੋਊਗਾ। 6 ਮਹੀਨੇ ਤੇ ਸ਼ੁਰੂ 'ਚ ਹੀ ਕਹਿੰਦੇ ਸੀ, ਅਜੇ 6 ਮਹੀਨੇ ਨਹੀਂ ਹੋਏ। ਇਸ ਲਈ ਇਸ ਲਈ ਇਹ ਟਾਈਮ ਤੇ ਲੱਗੂਗਾ, ਠੀਕ, ਤੇ ਟਾਈਮ ਲੱਗੂਗਾ ਤੇ ਫਿਰ ਜਿਹੜਾ ਕੋਈ ਨਾ ਕੋਈ ਮਸਲੇ ਦਾ ਹੱਲ ਵੀ ਹੋਊਗਾ। ਪਰ ਜਲਦੀ ਵੀ ਹੋ ਸਕਦਾ, ਕਿਉਂਕਿ ਜਿਸ ਤਰੀਕੇ ਨਾਲ 26 ਮਾਰਚ ਦਾ ਸੁਖਵਿੰਦਰ ਇੱਕ ਦਬਾਅ ਸੀ ਸਰਕਾਰ ਤੇ ਬਹੁਤ, ਉਦੋਂ ਕਾਫੀ ਝੁਕੀ, ਫਿਰ ਦੁਬਾਰਾ ਪਹਿਲੇ ਰੂਪ 'ਚ ਚਲੇਗੀ। ਜਿਸ ਤਰ੍ਹਾਂ ਉਹ ਕੱਛੂ ਕੰਮਾ ਆਪਣੇ ਉਹ ਵੜ ਜਾਂਦਾ ਖੋਖਲੇ 'ਚ, ਹੈ ਨਾ, ਫਿਰ ਉਹਦੇ 'ਚ ਉਹਦੇ ਖੋਪੜੀ 'ਚ ਵੜ ਗਏ। ਫਿਰ ਹੁਣ ਉਹ ਫਿਰ ਮਾੜੀ ਸਿਰੀ ਕਦੀ ਕੱਢ ਕੇ ਦੇਖਦੇ ਆ ਕਿ ਕਿਸਾਨ ਕੀ ਕਰ ਰਹੇ ਆ, ਕਿੰਨੇ ਕੁ ਪਿੱਛੇ ਹਟੇ ਆ, ਕਿੰਨੇ ਪਹਿਲਾਂ ਨਾਲੋਂ ਦਬੇ ਆ ਜਾਂ ਨਹੀਂ ਦਬੇ। ਉਹ ਹੁਣ ਕੋਸ਼ਿਸ਼ਾਂ ਕਰ ਰਹੇ ਆ। ਵਿੱਚ ਦਾ ਬਿਆਨ ਆਉਣਾ ਇਹ ਉਸੇ ਦੀ ਲਾਈਟ 'ਚ ਆ। ਦੂਜੇ ਪਾਸੇ ਮੈਂ ਇਹ ਵੀ ਦੱਸ ਦਿਆਂ ਕਿ ਕਿਸਾਨਾਂ ਦੇ ਵਿੱਚ ਇੱਕ ਇੰਜ ਲੱਗਾ ਹੋਇਆ ਕਿ ਸ਼ਾਇਦ ਕਰੋਨਾ ਦਾ ਰੌਲਾ ਪਾ ਕੇ, ਜਿਵੇਂ ਸ਼ਹੀਨ ਬਾਗ ਦਾ ਉਹਨਾਂ ਨੇ ਹਟਾਤਾ ਸੀ ਮਾਰਚ ਵਿੱਚ, ਉੱਥੋਂ ਤੰਬੂ ਚੁਕਾਤੇ ਸੀਗੇ, ਵੀ ਇਹ ਹੁਣ ਕਿਸਾਨਾਂ ਦੇ ਉੱਤੇ ਉਸ ਕਿਸਮ ਦਾ ਬਹਾਨਾ ਪਾ ਕੇ ਕਿ ਆ ਗਈ ਕਰੋਨਾ, ਉਹਨਾਂ ਨੂੰ ਹਟਾ ਨਾ ਲੈਣ। KMP ਦਾ ਜਿਹੜਾ ਚੱਕਾ ਜਾਮ ਹੈ ਪ੍ਰੋਫੈਸਰ ਸਾਹਿਬ, ਉਹਦਾ ਵੀ ਬੜਾ ਅਸਰ ਪਿਆ। ਉਹ ਸ਼ਾਂਤਮਈ ਚੱਕੇ ਜਾਮ ਨੇ ਸਰਕਾਰ ਨੂੰ ਜਿਵੇਂ ਟ੍ਰੇਲਰ ਦਿਖਾਤਾ ਕਿ ਪਾਰਲੀਮੈਂਟ ਜਦੋਂ ਘੇਰਨਾ ਏਦਾਂ ਹੀ ਘੇਰਨਾ, ਚੁੱਪ ਚੁਪੀਤੇ ਆ ਕੇ। ਹੁਣ ਤੁਸੀਂ ਕਹਿੰਦੇ ਕੀ ਅਸਰ ਹੋਇਆ? ਤੁਹਾਨੂੰ ਪਤਾ ਕਿ ਇਹੋ ਜਿਹੀ ਜਿਹੜੀ ਹਾਈਵੇ ਹੋਵੇ, ਜਿੱਥੇ 44 ਵੀ ਦਫਾ 44 ਵੀ ਲਾਤੀ ਹੋਵੇ, ਔਰ ਫਿਰ ਵੀ ਉੱਥੇ ਇੰਨੇ ਲੋਕ ਇਕੱਠੇ ਹੋ ਕੇ ਆਪਣਾ ਕਰ ਰਹੇ ਹੋਣ ਸਾਰਾ, ਇਹਦਾ ਮਤਲਬ ਸਰਕਾਰ ਦੀ ਬੈਂ ਤੇ ਹੋਈ ਆ। ਹੋਰ ਬੈਂ ਕੀ ਹੁੰਦੀ ਹੈ? ਤੇ ਉਹ ਕਾਨੂੰਨ ਆਪਣਾ ਕੋਈ ਦਫਾ 44 ਲਾ ਕੇ ਉਹਨੂੰ ਲਾਗੂ ਨਹੀਂ ਕਰ ਸਕਦੇ। ਜੇ ਇਹਨਾਂ ਨੇ ਆਪਣੇ ਦੰਦ ਜਿਹੜੇ ਤਕੜੇ ਆਪਣੇ ਦਿਖਾਉਣੇ ਹੁੰਦੇ ਕਿ ਜਿਹਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਚਿੱਤ ਕਰਨਾ, ਤੇ ਇਸੇ ਹੀ KMP ਵਾਲੇ ਕੇਸ ਦੇ ਵਿੱਚ ਜਿਹੜਾ 10 ਤੇ 11 ਨੂੰ 2 ਦਿਨ ਹੋਇਆ, ਉਹਦੇ 'ਚ ਉਹਨਾਂ ਨੇ ਕਰ ਦੇਣੇ ਸੀ। ਉਹ ਮੈਨੂੰ ਥੋੜਾ ਜਿਹਾ ਉਸ ਗੱਲ ਦਾ ਸ਼ੰਕਾ ਵੀ ਸੀ ਕਿ ਜੇ ਮੋਦੀ ਸਰਕਾਰ ਹੁਣ ਕਿਸਾਨਾਂ ਤੇ ਭਾਰੂ ਪੈਣਾ ਚਾਹੁੰਦੀ ਹੈ, ਤਾਂ ਹੋ ਸਕਦਾ ਇਹਦੇ ਵਿੱਚ ਕੁਛ ਨਾ ਕੁਛ ਆਪਣੀ ਫੌਜ ਜਾਂ ਫੌਜ ਨਹੀਂ, ਮੇਰਾ ਮਤਲਬ CRPF ਜਾਂ ਉਹਦੀ ਫੋਰਸਿਸ ਲਿਆ ਕੇ ਥੋੜਾ ਜਿਹਾ ਮੁਕਾਬਲਾ ਕਰਕੇ ਕਹਿਣਾ ਸੀ ਤੇ ਦਫਾ 44 ਲਾਈ ਆ, ਤੁਸੀਂ ਵਾਇਲੇਟ ਕੀਤਾ, ਤੇ ਉਹ ਆਪਣੇ ਅਸਲੀ ਰੂਪ 'ਚ ਆ ਜਾਣ। ਪਰ ਉਹ ਨਹੀਂ ਹੋਇਆ। ਉਹਦਾ ਇੱਕ ਕਾਰਨ ਵੱਡਾ ਕਿ ਬੰਗਾਲ ਦੀਆਂ ਚੋਣਾਂ ਚੱਲ ਰਹੀਆਂ, ਰੌਲਾ ਬਹੁਤ ਪੈਣਾ ਸੀ ਉੱਥੇ, ਪਹਿਲਾਂ ਹੀ ਗੋਲੀਆਂ ਚੱਲ ਗਈਆਂ, 5 ਬੰਦੇ ਜਿਹੜੇ ਨਾਰਥ ਬੰਗਾਲ ਦੇ ਵਿੱਚ ਕੂਚ ਬਿਹਾਰ 'ਚ ਮਾਰੇ ਗਏ। ਇਸ ਲਈ ਉਸ ਗੱਲੋਂ ਤੇ ਉਹਨਾਂ ਨੇ ਅਵਾਇਡ ਕੀਤਾ। ਹੁਣ ਦੇਖਦੇ ਹਾਂ, ਪਰ ਇੱਕ ਗੱਲ ਸਾਫ਼ ਹੈਗੀ ਆ ਕਿ ਉਹ KMP ਦੇ ਕਾਮਯਾਬ ਐਕਸ਼ਨ ਤੋਂ ਬਾਅਦ ਇਹ ਗੱਲ ਸਾਫ਼ ਸਾਰਿਆਂ ਨੂੰ ਦਿਖ ਪਈ ਹੈ ਕਿ ਸਾਨੂੰ ਸ਼ਹੀਨ ਬਾਗ ਨਾ ਸਮਝ ਲਿਓ, ਇਹ ਫੌਜਾਂ ਹੋਰ ਜੇ। ਇਹ ਨਹੀਂ ਕਿ ਉਹਨਾਂ ਨੂੰ ਛਟਿਆ ਕੇ ਦਿਖਾ ਰਹੇ ਆ। ਉਹਨਾਂ ਦੀ ਪਲੈਨਿੰਗ ਜਿਸ ਲਿਮਟਿਡ ਪੱਧਰ ਤੇ ਸੀ, ਜਿਸ ਪੱਧਰ ਤੇ ਉਹ ਔਰਤਾਂ ਦਾ ਸੀਗਾ ਸਾਰਾ, ਔਰ ਜਿਸ ਪੱਧਰ ਤੇ ਉਦੋਂ ਡਰਾ ਧਮਕਾਤਾ ਸੀਗਾ ਕਰਫਿਊ ਲਾ ਕੇ, ਇਹਨਾਂ ਨੇ ਹੁਣ, ਕਿਉਂਕਿ ਉਸ ਨੂੰ ਸਾਲ ਹੋ ਗਿਆ, ਬਾਰ-ਬਾਰ ਉਹ ਚੀਜ਼ ਕਾਟਦੀ ਆਂਟੀ, ਬਾਰ-ਬਾਰ ਨਹੀਂ ਨਾ ਚੜ੍ਹਦੀ, ਤੇ ਇਹ ਲੋਕ ਜਿਹੜੇ ਕਿਸਾਨ ਵੀਰ ਆ, ਉਹ ਇਸ ਗੱਲ ਤੋਂ ਘਬਰਾਏ ਹੋਏ ਨਹੀਂ। ਉਹ ਕਹਿੰਦੇ ਵੀ ਸਾਡੇ ਕੋਲ, ਅਸੀਂ ਤਾਂ ਮਰੇ ਹੀ ਪਏ ਆ ਪਹਿਲਾਂ ਹੀ, ਜੇ ਪਿੰਡਾਂ 'ਚ ਜਾਵਾਂਗੇ ਤਾਂ ਵੀ ਮਰਨਾ, ਫਿਰ ਇੱਥੇ ਮੋਰਚੇ 'ਚ ਹੀ ਮਰਾਂਗੇ, ਸਾਡੇ ਸ਼ਹੀਦ ਤੇ ਘਵਾਵਾਂਗੇ, ਹੈ ਨਾ। ਇਸ ਕਰਕੇ ਇਹਨਾਂ ਜਿਸ ਡਿਟਰਮੀਨੇਸ਼ਨ ਦੇ ਨਾਲ, ਜੋ ਫੈਸਲੇ ਕਰਕੇ, ਜਿਸ ਹਿੰਮਤ ਦੇ ਨਾਲ ਔਰ ਜਿਸ ਸ਼ਿੱਦਤ ਦੇ ਨਾਲ ਇਹ ਪਹੁੰਚੇ ਆ, ਉਹ ਰਾਕੇਸ਼ ਜੀ ਇਹੋ ਹੀ ਕਹਿ ਰਹੇ ਆ ਕਿ ਸਾਨੂੰ
ਇੰਝ ਨਾ ਸਮਝ ਲਿਓ ਕਿ ਅਸੀਂ ਇੱਥੋਂ ਤੁਹਾਡੇ ਕਰੋਨਾ ਤੋਂ ਡਰ ਕੇ ਸਾਨੂੰ ਤੁਸੀਂ ਵਾਪਸ ਭੇਜ ਦੋਗੇ, ਨਹੀਂ ਸਗੋਂ ਅਸੀਂ ਜਿੰਨਾ ਸਾਨੂੰ ਕੋਸ਼ਿਸ਼ ਕਰੋਗੇ ਉਹਦੇ ਨਾਲ ਵੱਡੀ ਗਿਣਤੀ 'ਚ ਅਸੀਂ ਭੂੰਡਾਂ ਵਾਂਗੂ ਹੋਰ ਇੱਥੇ ਇਕੱਠੇ ਹੋਵਾਂਗੇ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ। ਵੈਸੇ ਤਾਂ ਇੱਕ ਹੋਰ ਮੇਰੇ ਧਿਆਨ ਵਿੱਚ ਇਹ ਗੱਲ ਆ ਰਹੀ ਸੀ ਕਿ ਅਨਿਲ ਵਿਜ ਹੋਣਾ ਨੇ ਕਿਹਾ ਕਿ ਮੈਂ ਗੱਲਬਾਤ ਅੱਗੇ ਕਰਨ ਦੇ ਲਈ ਜਿਹੜਾ ਉਹ ਚਿੱਠੀ ਪੱਤਰਾਂ ਸਿਲਸਿਲਾ ਉਹਨਾਂ ਨੇ ਸ਼ੁਰੂ ਕੀਤਾ ਕਿ ਕਿਸਾਨ ਗੱਲਬਾਤ ਕਰਨ ਦੇ ਲਈ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਗੱਲਬਾਤ ਦਾ ਰਾਹ ਪੱਧਰਾ ਹੋਵੇ। ਦੂਜਾ ਇਹ ਕਿ ਆਪਾਂ ਪਿੱਛੇ ਜੇ ਦੇਖਿਆ ਸਤਪਾਲ ਮਲਿਕ ਹੋਣਾ ਨੇ ਵੀ ਬਿਆਨ ਦਿੱਤਾ ਸੀ, ਮਤਲਬ ਕਿ ਅੰਦਰ ਖਾਤੇ ਹਲਚਲ ਤਾਂ ਹੈਗੀ ਹੈ, ਪਰ ਕੀ ਮੰਨਦੇ ਹੋ ਕਿ ਕਿਸਾਨਾਂ ਦੇ ਡਰ ਕਾਰਨ ਹੈ ਕਿ ਅਸੀਂ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਸ਼ੋਅ ਕਰਨ ਦੀ ਕੋਸ਼ਿਸ਼ ਕਰੀਏ, ਅਸੀਂ ਕਿਤੇ ਕਹਿਣ ਜੋਗੇ ਹੋ ਜਾਈਏ ਕਿ ਅਸੀਂ ਤਾਂ ਜੀ ਕਿਸਾਨਾਂ ਦੇ ਹੱਕ ਵਿੱਚ ਚਿੱਠੀ ਲਿਖੀ ਸੀ? ਦੋਵੇਂ ਗੱਲਾਂ ਆ। ਇੱਕ ਤੇ ਇਹ ਹੈ ਕਿ ਕੋਈ ਵੀ ਪਾਰਟੀ ਜਿਹੜੀ ਆ ਉਹਦੇ 'ਚ ਸਾਰੇ ਇੱਕੋ ਜਿਹੀ ਭਾਸ਼ਾ ਨਹੀਂ ਹੁੰਦੇ, ਉਹਦੇ ਅੰਦਰੂਨੀ ਸਟਰਗਲ ਹਮੇਸ਼ਾ ਹੁੰਦਾ ਪਾਰਟੀ ਦੀ ਲੀਡਰਸ਼ਿਪ ਤੇ ਜਾਂ ਪਾਰਟੀ ਦੀ ਸੱਤਾ ਤੇ ਕਬਜ਼ਾ ਕਰਨ ਲਈ। ਜੇ ਪਾਰਟੀ ਦੀ ਲੀਡਰਸ਼ਿਪ 'ਚ ਤੁਹਾਡੇ ਕਬਜ਼ੇ ਆ, ਤੁਸੀਂ ਭਾਰੂ ਆ, ਤੇ ਤਾਂ ਹੀ ਜਿੱਥੇ ਜਿੱਥੇ ਜਿੱਤਾਂ ਹੋਣਗੀਆਂ ਤੁਸੀਂ ਫਿਰ ਉੱਥੇ ਆਪਣੇ ਬੰਦਿਆਂ ਨੂੰ ਲਾਓਗੇ। ਅਨਿਲ ਵਿਜ ਤੁਹਾਨੂੰ ਪਤਾ ਕਿ ਖੱਟੜ ਦੇ ਆਪੋਜੀਸ਼ਨ ਦੇ ਬੰਦੇ ਹੈਗੇ ਆ। ਇਸੇ ਤਰ੍ਹਾਂ ਦਿੱਲੀ 'ਚ ਵੀ ਹੈ, ਕੇਂਦਰੀ ਪਾਰਟੀ 'ਚ ਵੀ, ਜਿਸ ਤਰ੍ਹਾਂ ਹੁਣ ਸਾਡੇ ਡਿਫੈਂਸ ਮਿਨਿਸਟਰ ਨੂੰ ਰਾਜਨਾਥ ਸਿੰਘ ਨੂੰ ਦੂਜੇ ਪਾਸੇ ਮੰਨਿਆ ਜਾਂਦਾ, ਗਡਕੜੀ ਨੂੰ ਉਹਦੇ ਨਾਲ ਹੀ ਮੰਨਿਆ ਜਾਂਦਾ। ਇਸ ਤਰ੍ਹਾਂ ਉੱਥੇ ਵੀ ਧੜੇਬੰਦੀ ਹੈ ਤੇ ਉਹ ਅੰਦਰੋਂ ਅੰਦਰੀ ਹੁੱਜਾਂ ਤੇ ਆਰਾਂ ਲਾਉਂਦੇ ਆ ਵੀ ਆਹ ਕੀ ਹੋਈ ਜਾਂਦਾ, ਤੁਸੀਂ ਬਸ ਕਰੋ ਹੁਣ, ਤੁਸੀਂ ਪਾਰਟੀ ਦਾ ਸੱਤਿਆਨਾਸ਼ ਅਸੀਂ ਝਾੜੂ ਹੀ ਫਰਵਾ ਦੇਣਾ ਕੇਜਰੀਵਾਲ ਤੋਂ ਲੈ ਕੇ ਸਾਰੀ ਪਾਰਟੀ ਤੇ ਹੈ ਵੀ ਤੁਸੀਂ ਇਸ ਨੂੰ ਥੋੜਾ ਜਿਹਾ ਹੁਣ ਬਸ ਕਰੋ, ਬਹੁਤ ਹੋ ਗਿਆ। ਉਹ ਅੰਦਰੋਂ ਦਬਾਅ ਪੈਂਦਾ। ਵਿਜ ਦੀ ਚਿੱਠੀ ਨੂੰ ਦੋਹਾਂ ਹੀ ਤਰੀਕਿਆਂ ਨਾਲ ਦੇਖਣਾ ਚਾਹੀਦਾ, ਕੋਈ ਕਿਸਾਨਾਂ ਨਾਲ ਸਿੰਪਤੀ ਨਹੀਂ। ਇੱਕ ਤੇ ਇਹ ਕਿ ਪਾਰਟੀ ਦਾ ਨੁਕਸਾਨ ਬਹੁਤ ਹੋ ਗਿਆ, ਸਾਡੇ ਮਾੜੀ ਮੋਟੀ ਤੇ ਜੜ ਸਾਡੀ ਰਹਿਣ ਦਿਓ ਹੁਣ। ਦੂਜਾ ਇਹ ਹੈ ਕਿ ਇਹ ਦੱਸਣ ਲਈ ਕਿਸਾਨਾਂ ਦੇ ਵਿੱਚ ਦੇਖੋ ਕਿ ਜਿਹੜੀ ਤੁਸੀਂ ਗੱਲ ਕਹਿੰਦੇ ਆ ਕਿ ਅਸੀਂ ਤੇ ਉਦਣ ਵੀ ਤੁਹਾਡੇ ਹੱਕ 'ਚ ਹਾ ਦਾ ਨਾਰਾ ਮਾਰਿਆ ਸੀਗਾ, ਖੱਟੜ ਭਾਵੇਂ ਜੋ ਮਰਜ਼ੀ ਕਰੇ, ਪਰ ਮੈਂ ਤੁਹਾਡੇ ਹੱਕ 'ਚ ਚਿੱਠੀ ਲਿਖੀ ਸੀ। ਉਹ ਆਪਣੇ ਆਪਣੀ ਉਹਨਾਂ ਨੂੰ ਦੋਹਰਾ ਫਾਇਦਾ ਹੋ ਜਾਂਦਾ। ਇੱਕ ਤੇ ਆਪਣਾ ਕਿਸਾਨਾਂ 'ਚ ਪੁਆਇੰਟ ਬਣਾ ਗਏ ਆ, ਦੂਜਾ ਪਾਰਟੀ ਦੇ ਅੰਦਰ ਵੀ ਆਪਣਾ ਇੱਕ ਅਲੱਗ ਹੋਣ ਦਾ ਜਿਹੜਾ ਦੱਸਣਾ ਸੀਗਾ ਹੋਣ ਦਾ ਵੀ ਅਸੀਂ ਉਹ ਸੁਰ ਨਹੀਂ ਹੈ, ਸਾਡੀ ਅਲੱਗ ਆ, ਅਸੀਂ ਕਿਸਾਨਾਂ ਨਾਲ, ਉਹੋ ਜਿਹਾ ਪਾਰਟੀ ਦੇ ਅੰਦਰ ਵੀ ਆਪਣਾ ਪੱਤਾ ਸੁੱਟ ਗਏ। ਹਾਂਜੀ। ਨਾਲੇ ਜਿਸ ਹਿਸਾਬ ਨਾਲ ਅਨਿਲ ਵਿਜ ਹੋਣਾ ਦਾ ਕਰਦਾ, ਕਹਿੰਦੇ ਹਰਿਆਣੇ ਦੇ ਵਿੱਚ ਸ਼ਾਇਦ ਜੇ ਤੀਜੀ ਟਰਮ ਕਿਤੇ ਆਈ ਤੇ ਕਿਤੇ ਖੱਟਰ ਸਾਹਿਬ ਦਾ ਪੱਤਾ ਨਾ ਸਾਫ਼ ਕਰ ਦੇਣ। ਜਿਹੋ ਜਿਹੇ ਹਾਲਾਤ ਉੱਥੇ ਤੁਸੀਂ ਦੇਖਿਆ, ਕਦੇ ਕਦੇ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਵੀ ਕੁਝ ਨਾ ਕੁਝ ਇਹੋ ਜਿਹਾ ਨਿਕਲ ਕੇ ਸਾਹਮਣੇ ਆ ਹੀ ਜਾਂਦਾ ਉੱਥੋਂ ਦੀ ਧੜੇਬੰਦੀ। ਸੁਖਵਿੰਦਰ, ਅਸੀਂ ਜਿਸ ਤਰ੍ਹਾਂ ਬਾਹਰੋਂ ਸੋਚਦੇ ਹਾਂ ਚੀਜ਼ਾਂ ਜ਼ਰੂਰੀ ਨਹੀਂ ਅੰਦਰੋਂ ਪਾਰਟੀਆਂ ਦੇ ਉਂਝ ਹੀ ਹੁੰਦੀਆਂ। ਇਹ ਜਿਹੜੀ ਬੀਜੇਪੀ ਆ, ਇਹ RSS ਦਾ ਰਾਜਨੀਤਿਕ ਵਿੰਗ ਆ। ਇਹ ਫੈਸਲੇ ਨਾਗਪੁਰ ਕਰਦਾ ਕਿ ਉੱਥੇ ਸਭ ਤੋਂ ਜ਼ਿਆਦਾ ਕਿਹੜਾ ਲਾਇਲ ਆ, ਕਿਹਨੇ RSS ਵਿੱਚ ਕਿੰਨੀ ਸੇਵਾ ਨਿਭਾਈ, ਕਿੰਨੇ ਉਹ ਉੱਥੇ ਉਹਦੇ ਅੰਦਰ ਘੁਸਪੈਠ ਜਾਂ ਉਹਨਾਂ ਦੀ ਜਿਹੜੀ RSS ਦੀ ਲੀਡਰਸ਼ਿਪ ਆ ਉਹਦੇ 'ਚ ਕਿੰਨੀ ਕੁ ਉਹਦੇ ਕੋਲ ਪਹੁੰਚ ਹੈਗੀ ਆ। ਕਈ ਵਾਰੀ ਜਿਹੜਾ ਤੁਹਾਨੂੰ ਵੇਖਣ ਨੂੰ ਰੱਦੀ ਤੋਂ ਰੱਦੀ ਬੰਦਾ ਪਬਲਿਕ ਇਮੇਜ ਦੇ ਵਿੱਚ ਜਾਂ ਉਹਦੇ ਹੋਰ ਕਾਰਵਾਈਆਂ 'ਚ ਲੱਗਦਾ, ਉਹ ਜਦੋਂ ਫੈਸਲੇ ਹੁੰਦੇ ਵੱਡੀਆਂ ਪੋਜੀਸ਼ਨਾਂ ਦੇ, ਸਰਕਾਰੀ ਪੋਜੀਸ਼ਨਾਂ ਦੇ, ਤੇ ਉਹ ਉੱਥੇ ਬੈਠਾ ਹੁੰਦਾ, ਤੁਹਾਨੂੰ ਹੈਰਾਨੀ ਹੋ ਜਾਂਦੀ ਵੀ ਆਹ ਕਿੱਥੋਂ ਆ ਗਿਆ। ਖੱਟੜ ਦਾ ਤੁਸੀਂ ਕਦੀ ਨਾਂ ਸੁਣਿਆ ਸੀ ਪਹਿਲਾਂ ਕਿ ਇਹੋ ਜਿਹਾ ਬੰਦਾ ਚੀਫ ਮਿਨਿਸਟਰ ਹੋਊਗਾ? ਮਤਲਬ ਕਿੱਥੋਂ ਆ ਗਿਆ? ਫਿਰ RSS ਲੈ ਕੇ ਆਈ ਨਾ, ਜਿਹਦੇ ਸਿਰ ਤੇ ਟੋਪੀ ਰੱਖਤੀ ਉਹੀ ਰਾਜਾ ਬਣ ਗਿਆ। ਉਹਨਾਂ ਕੋਵਿੰਦ ਦਾ ਨਾਮ ਵੀ ਇਸੇ ਢੰਗ ਨਾਲ ਆਇਆ ਸੀ। ਹਾਂ, ਇਹ ਸਾਰੇ ਇੰਝ ਹੀ ਹੈ। ਇਸ ਲਈ ਜਿਹੜੀ ਪਿੱਛੇ ਪਰਦੇ ਦੇ ਪਿੱਛੇ ਮਸ਼ਕਾਂ ਹੁੰਦੀਆਂ, ਉਹਦੇ 'ਚ ਕੰਸੀਡਰੇਸ਼ਨ ਕਈ ਕਿਸਮ ਦੀਆਂ, ਅਲੱਗ ਕਿਸਮ ਦੀਆਂ, ਕਿ ਉਹ RSS ਦੇ ਏਜੰਡੇ ਨੂੰ ਕਿਹੜਾ ਇਮਾਨਦਾਰੀ ਦੇ ਨਾਲ ਵੱਧ ਤਿੱਖੇਪਣ ਦੇ ਵਿੱਚ ਲਾਗੂ ਕਰੂਗਾ, ਕਿਸ ਏਰੀਏ 'ਚ ਉਹ RSS ਦੀਆਂ ਲੋੜਾਂ ਕਿਹੜਾ ਬੰਦਾ ਕਿੰਨੀਆਂ ਪੂਰੀਆਂ ਕਰਦਾ, ਉਹਨੂੰ ਦੇਖ ਕੇ ਅੱਗੇ ਲੀਡਰਸ਼ਿਪ 'ਚ ਲਿਆਂਦਾ ਜਾਂਦਾ। ਹੋਰ ਇਹ ਨਹੀਂ ਹੁੰਦਾ ਕਿ ਸਮਾਜ ਲਈ ਕਿਹਨੇ ਕਿੰਨੀ ਕੰਟਰੀਬਿਊਸ਼ਨ ਕੀਤੀ ਆ, ਕਿਹੜਾ ਕਿੱਡਾ ਇਨਕਲਾਬੀ ਆ, ਕਿੱਡਾ ਹੋ ਰਿਹਾ, ਇਹ ਉੱਥੇ ਕੰਸੀਡਰੇਸ਼ਨ ਨਹੀਂ। ਇੱਥੋਂ ਤੱਕ ਚਲੋ ਪੋਲਿਟਿਕਸ ਵਿੱਚ ਤੇ ਇਹ ਗੱਲ ਸਮਝ ਆਉਂਦੀ ਆ, ਹਰ ਕਿਸਮ ਦੇ ਇੰਸਟੀਟਿਊਸ਼ਨ 'ਚ ਜੇ ਤੁਸੀਂ ਕੋਈ ਅੱਜ ਕੱਲ੍ਹ ਸਿੱਧੇ ਬਿਨਾਂ IAS ਤੋਂ ਸਿੱਧੀਆਂ ਭਰਤੀਆਂ ਤੁਸੀਂ ਬਿਊਰੋਕ੍ਰੇਸੀ 'ਚ ਕਰਨੀਆਂ ਸ਼ੁਰੂ ਕੀਤੀਆਂ, ਉਹ ਕੌਣ ਆ ਬੰਦੇ? RSS ਦੇ ਹੋਣਗੇ, ਹੋਰ ਕੌਣ ਆ? ਜੁਆਇੰਟ ਸੈਕਟਰੀ ਪਤਾ ਨਹੀਂ ਕਿਹੜੇ ਲੈਵਲ ਦੇ ਵੱਡੇ ਪੱਧਰ ਤੇ ਤੁਸੀਂ ਉਹ ਬੰਦਿਆਂ ਨੂੰ ਇੱਕ ਚੋਰ ਮੋਰੀ ਬਣਾ ਲਈ ਆ, ਜਿਹੜੀ ਫਾਰਮਲ UPSC ਦਾ ਸਿਸਟਮ ਨੂੰ ਬਾਈਪਾਸ ਕਰਕੇ ਬਣਾਉਣੇ ਸ਼ੁਰੂ ਕਰਤੇ। ਇਸੇ ਤਰੀਕੇ ਨਾਲ ਜਿਹੜੀਆਂ ਟੌਪ ਦੀਆਂ ਪੋਜੀਸ਼ਨਸ ਬਾਕੀ ਵੀ ਹੈ, ਤਾਂਹੀਏ ਤੇ ਕਹਿ ਰਹੇ ਆ ਕਿ ਪੈਨੀਟ੍ਰੇਸ਼ਨ ਬਹੁਤ ਹੋ ਗਈ ਆ ਸਰਕਾਰੀ ਤਾਣੇ ਬਾਣੇ ਦਾ, ਬਾਕੀ ਇੰਸਟੀਟਿਊਸ਼ਨ 'ਚ ਸਟਰਕਚਰ 'ਚ ਬਹੁਤ ਜ਼ਿਆਦਾ ਰਾਜਨੀਤਿਕ ਕੰਟਰੋਲ ਤੇ ਪ੍ਰਭਾਵ ਹੋ ਗਿਆ। ਉਹਦੇ ਕਾਰਨ ਇਹੀ ਹੈ ਕਿ ਉਹ ਸਾਰੇ ਬੰਦੇ ਉੱਥੇ ਫਿਟ ਇਨ ਕਰਕੇ
ਇੱਕ ਖਾਸ ਤਰੀਕੇ ਦਾ ਮਾਹੌਲ ਦੇਸ਼ ਦੇ ਅੰਦਰ ਇੱਕ ਖਾਸ ਕਿਸਮ ਦੇ ਕੰਟਰੋਲ ਦਾ ਮਾਹੌਲ ਬਣਾਇਆ ਜਾ ਰਿਹਾ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ ਜੀ, ਬਿਲਕੁਲ ਪ੍ਰੋਫੈਸਰ ਸਾਹਿਬ, ਇੱਕ ਤਾਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਬੀਜੇਪੀ ਨੂੰ ਤਾਂ ਜਿਹੜਾ ਫਰਕ ਪਿਆ ਸੋ ਪਿਆ, ਉਹਦੇ ਬਾਰੇ ਤਾਂ ਗੱਲ ਹੋ ਗਈ, ਮੇਰੇ ਖਿਆਲ 'ਚ ਕਾਫੀ ਲੋਕਾਂ ਨੂੰ ਸਮਝ ਆ ਗਈ ਕਿ ਕਿੰਨਾ ਕੁ ਫਰਕ ਕਿਸ ਪੱਧਰ ਤੱਕ ਪਿਆ। ਪਰ ਜਿਹੜੀਆਂ ਚੁਣੌਤੀਆਂ ਕਿਸਾਨ ਜਥੇਬੰਦੀਆਂ ਨੂੰ ਹੁਣ ਤੱਕ ਜਿਨ੍ਹਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਪਰ ਜਿਹੜੀ ਹੁਣ ਨਵੀਂ ਚੁਣੌਤੀ ਆਪਾਂ ਦੇਖ ਰਹੇ ਹਾਂ ਕਿ ਉਹ ਸੁਲਝਦੀ ਨਜ਼ਰ ਨਹੀਂ ਆ ਰਹੀ। ਜੇ ਨੌਜਵਾਨਾਂ ਦਾ ਮਸਲਾ ਆ, ਉਹ ਹੁਣ ਵੀ ਹਾਲੇ ਵੀ ਉੱਥੇ ਹੀ ਅੜਿਆ। ਕੋਈ ਨਾ ਕੋਈ ਸਵਾਲ ਇਹੋ ਜਿਹਾ ਕੋਈ ਪੱਤਰਕਾਰ ਵਿੱਚੋਂ ਨਿਕਲ ਆਉਂਦਾ, ਉਹ ਸਵਾਲ ਠੋਕ ਦਿੰਦਾ ਕਿ ਹਾਂਜੀ ਫਲਾਣੇ ਨੌਜਵਾਨ ਦਾ ਕੀ ਬਣਿਆ। ਇਹਨੂੰ ਕਿੱਦਾਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਸਾਡੀ ਕੇਂਦਰ ਦੇ ਨਾਲ ਲੜਾਈ ਹੈ, ਇੱਕ ਪਾਸੇ ਅਸੀਂ ਖੇਤੀ ਕਾਨੂੰਨਾਂ ਦੇ ਮਸਲੇ ਨੂੰ ਲੈ ਕੇ ਚੱਲਿਆ, ਦੂਜੇ ਪਾਸੇ ਅਸੀਂ ਕਿਤੇ ਨਾ ਕਿਤੇ ਇੱਕ ਆਪਣੀ ਖੁਦ ਮੁਖਤਿਆਰੀ ਲਾ ਲਓ ਕਿ ਇਹ ਨਹੀਂ ਕਿ ਅਸੀਂ ਸੂਬੇ ਦੀ ਖੁਦ ਮੁਖਤਿਆਰੀ ਮੰਗੀ ਜੀ ਸਾਨੂੰ ਪੰਜਾਬ ਦੀ, ਨਾ ਆਪਣੀ ਖੁਦ ਮੁਖਤਿਆਰੀ ਕਿਤੇ ਨਾ ਕਿਤੇ ਝਲਕਦੀ ਹੈ ਇਸ ਵਿੱਚੋਂ। ਦੇਖੋ, ਪਹਿਲੀ ਗੱਲ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਜੇ ਸਿੰਗਲ ਪਾਰਟ ਕਿਸੇ ਵੀ ਯੂਨੀਅਨ ਦਾ ਹੋਵੇ ਮੂਵਮੈਂਟ, ਤਾਂ ਫਿਰ ਤਾਂ ਤੁਸੀਂ ਉਹਨੂੰ ਕਹਿ ਸਕਦੇ ਕਿ ਯਾਰ ਆਹ ਕੀ ਆ, ਫਿਰ ਇਹਨਾਂ ਦੀ ਜਥੇਬੰਦੀ ਕੀ ਹੈ। ਜਦ ਹੈ ਹੀ ਸਾਰਾ ਇਹ ਅਲੱਗ-ਅਲੱਗ ਕਿਸਮ ਦੇ, ਤੁਹਾਨੂੰ ਪਤਾ ਕੌਣ ਬੇਕ ਇਕੱਠੇ ਹੋਏ ਆ, ਉਹਦੇ ਚ ਕਿਸੇ ਦੀ ਥੋੜੀ ਜਿਹੀ ਸੁਰ ਕਿਹੋ ਜਿਹੀ ਹੋਊ, ਕਿਸੇ ਦੀ ਸੁਰ ਇਹੋ ਜਿਹੀ ਆ। ਬਾਈ ਐਂਡ ਲਾਰਜ ਜੋ ਇੱਕ ਮੁੱਖ ਧਾਰਾ ਦੇ ਵਿੱਚ ਇਕੱਠੇ ਹੋਣਗੇ। ਪਹਿਲਾਂ ਤੇ ਤੁਸੀਂ ਜੇ ਇਹ ਕਹੋ ਨਾ ਕਿ ਕੋਈ ਸੁਰ ਅਲੱਗ ਹੋ ਹੀ ਨਹੀਂ ਸਕਦੀ, ਦੇਖੋ ਸਭ ਤੋਂ ਵੱਡੀ ਅਗਰਾਹਾਂ ਯੂਨੀਅਨ ਆ, ਉਹ ਆਪਣੀ ਇੰਡੀਪੈਂਡੈਂਟ ਯੂਨੀਅਨ ਦੀ ਸਟੇਜ ਵੀ ਲਗਾਤਾਰ ਲਾ ਰਿਹਾ ਤੇ ਸਾਂਝੀ ਸਟੇਜ ਵਿੱਚ ਵੀ ਸ਼ਾਮਲ ਹੋ ਰਹੇ ਆ। ਪੰਧੇਰ ਪੰਨੂ ਵੀ ਇੰਝ ਹੀ ਕਰਦੇ ਆ, ਆਪਣੀ ਅਲੱਗ ਸਟੇਜ ਵੀ ਰੱਖੀ ਹੋਈ ਹੈ ਤੇ ਸਾਂਝਿਆਂ ਫੈਸਲਿਆਂ ਦਾ ਵੀ ਕਰਦੇ ਆ। ਇਸੇ ਤਰੀਕੇ ਨਾਲ ਹੈ ਨਾ, ਮਤਲਬ ਇਹ ਮੈਨੂੰ ਤੇ ਚੰਗੀ ਗੱਲ ਲੱਗਦੀ ਹੈ ਕਿ ਇੰਟਰਨਲ ਡੈਮੋਕ੍ਰੇਸੀ ਹੈ। ਜੇ ਕੋਈ ਹੋਰ ਕਹਿੰਦਾ ਕਿ ਮੈਂ ਤੇ ਜੀ ਦੇਖੋ ਮੇਰੇ ਸਿਰ ਤੇ ਸਾਰਾ ਹੀ ਤਾਜ ਨੌਜਵਾਨੀ ਦਾ ਆ, ਵੀ ਚੰਗੀ ਗੱਲ ਹੈ, ਨੌਜਵਾਨਾਂ ਨੂੰ ਲੈ ਕੇ ਆਉਣ, ਉਹਦੇ ਚ ਕੀ ਹੈ, ਜਿਵੇਂ ਬਾਕੀ ਯੂਨੀਅਨ ਆ ਉਹ ਵੀ ਹਨ। ਜੇ ਉਹਨਾਂ ਵੀ ਆਪਣੀ ਕੋਈ ਅਲੱਗ ਢਾਈ ਭਾ ਖਿਚੜੀ ਨਾਲੋਂ ਨਾਲ ਪੈਰਲਲ ਪਕਾਉਣੀ ਆ, ਪਕਾ ਲੈਣ, ਉਹ ਚ ਕੋਈ ਉਹਨਾਂ ਨੂੰ ਰੋਕਦਾ ਨਹੀਂ। ਆਪਣੀ ਕੋਈ ਜਥੇਬੰਦੀ ਬਣਾ ਲੈਣ, ਨੌਜਵਾਨ ਭਾਰਤ ਸਭਾ, ਨੌਜਵਾਨ ਪੰਜਾਬ ਸਭਾ, ਨੌਜਵਾਨ ਕੁਝ ਕਰ ਲੈਣ, ਨਾਲੇ ਪਤਾ ਲੱਗ ਜੂਗਾ ਕਿ ਕਿੰਨੇ ਕੁ ਨੌਜਵਾਨ ਲਗਾਤਾਰ ਉੱਥੇ ਜਾ ਰਹੇ ਆ। ਚੰਗੀ ਗੱਲ ਹੈ, ਕੋਈ ਮਾੜੀ ਨਹੀਂ। ਤੇ ਨਾਲੇ ਸਾਂਝਾ ਤੁਸੀਂ ਵੀ ਕਾਲ ਦੇ ਵਿੱਚ ਸ਼ਾਮਲ ਹੋਈ ਜਾਓ ਜਿਵੇਂ ਬਾਕੀ ਕਰ ਰਹੇ ਆ। ਇਹਦੇ ਚ ਕੋਈ ਕਨਫਲਿਕਟ ਵਾਲੀ ਗੱਲ ਨਹੀਂ ਹੈ। ਮੀਡੀਆ ਜਿਹੜਾ ਗੱਲ ਕਰਦਾ ਉਹ ਹੋਰ ਗੱਲ ਪਰਪਸ ਲਈ ਕਰਦਾ, ਉਹਨਾਂ ਦੇ ਦੋ ਪਰਪਸ ਹੁੰਦੇ ਆ। ਇੱਕ ਤੇ ਕਿਸੇ ਦੇ ਕਹੇ ਘਵਾਏ ਤੇ ਵੀ ਉਹ ਕਈ ਵਾਰੀ ਗੱਲ ਨੂੰ ਚੱਕਦੇ ਆ। ਮੀਡੀਆ ਕੋਈ ਏਡਾ ਸ਼ਰੀਫ ਨਹੀਂ ਸਾਰਾ ਮੀਡੀਆ, ਹੈ ਨਾ, ਕਿ ਉਹ ਮੂਵਮੈਂਟ ਦੇ ਨਾਲ, ਉਹ ਇੰਜ ਨਹੀਂ ਕਿ ਮੂਵਮੈਂਟ ਦਾ ਭਾਗੀ ਆ ਤੇ ਮੂਵਮੈਂਟ ਨੂੰ ਅੱਗੇ ਚਲਾਉਣਾ ਚਾਹੁੰਦਾ। ਉਹਨਾਂ ਨੂੰ ਕੋਈ ਇਸ਼ਾਰਾ ਕਿਤੇੋਂ ਹੋ ਜਾਂਦਾ ਕਈ ਵਾਰੀ ਮਾਲਕਾਂ ਵੱਲੋਂ, ਗਾਂਹ ਤੋਂ ਗਾਂਹ। ਸਾਰਾ ਮੀਡੀਆ, ਖਾਸ ਕਰ ਨੈਸ਼ਨਲ ਮੀਡੀਆ ਦਾ ਵੱਡਾ ਹਿੱਸਾ ਤੇ ਇਹੋ ਜਿਹਾ ਹੀ ਹੈ। ਉਹ ਤਾਂ ਦੂਜਾ, ਉਹਨਾਂ ਦੇ ਇੱਕ ਬੜਾ ਤਕੜਾ ਪ੍ਰੈਸ਼ਰ ਹੁੰਦਾ ਜਦੋਂ ਉਹਨਾਂ ਦੇ ਆਪਸੀ ਕੰਪੀਟੀਸ਼ਨ ਹੈ ਮੀਡੀਆ ਦਾ, ਕਿ TRP ਦਾ, ਕਿ ਮੈਂ ਵੱਧ ਤੋਂ ਵੱਧ ਲੋਕਾਂ 'ਚ ਕਿਸ ਤਰ੍ਹਾਂ ਲੈ ਜਾ। ਹੁਣ ਹਰ ਇੱਕ ਚੀਜ਼ ਦੀ ਇੱਕ ਮਾਰਕੀਟਿੰਗ ਹੈਗੀ ਹੈ ਤੇ ਉਹ ਕਿਹੜੇ ਸਵਾਲਾਂ ਦੀ ਕਿੱਥੇ ਮਾਰਕੀਟਿੰਗ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਆ, ਤੁਸੀਂ ਰੋਜ਼ ਮੀਡੀਆ 'ਚ ਹੀ ਆ। ਉਹ ਇਸ ਕਰਕੇ ਵੀ ਪੁੱਠੇ ਸਿੱਧੇ ਸਵਾਲ ਕਰਦੇ ਆ ਕਿ ਚਲੋ ਜੀ 1,50,000 ਲੋਕ ਮੈਨੂੰ ਵੱਧ ਵੇਖ ਲੈਣ, ਉਹ ਮੈਨੂੰ 4 ਪੈਸੇ ਇੱਧਰੋਂ ਉੱਧਰੋਂ ਕੋਈ ਐਡ ਆ ਜੂਗੀ। ਇਹ ਵੀ ਮੈਨੂੰ ਲੱਗਦਾ ਕਿ ਚੰਗੀ ਗੱਲ ਨਹੀਂ ਹੈਗੀ। ਸਾਨੂੰ ਇਹਨਾਂ ਐਡੀ ਵੱਡੀ ਮਹਾਨ ਇਤਿਹਾਸਿਕ ਮੂਵਮੈਂਟ ਦੇ ਵਿੱਚ ਨਾਲ ਚੱਲ ਕੇ ਉਸ ਦੇ ਹੱਕ 'ਚ ਖੜੇ ਹੋਣਾ ਚਾਹੀਦਾ ਹੁੰਦਾ, ਤਾਂ ਕਿ ਕੱਲ ਨੂੰ ਸਾਨੂੰ ਆਪਣੀ ਆਤਮਾ ਨੂੰ ਜਿਹੜਾ ਜਵਾਬ ਦੇਣਾ ਪੈਣਾ, ਉਸ ਨੂੰ ਅਸੀਂ ਕੋਈ ਸਹੀ ਜਵਾਬ ਦੇ ਪਾਈਏ, ਕੋਈ ਸਾਡੇ ਦੇ ਮਨ ਤੇ ਬੋਝ ਨਾ ਰਹੇ। ਅੱਜ ਅਸੀਂ ਛੋਟੇ ਮਫਾਦਾਂ ਲਈ ਪੁੱਠੀਆਂ ਸਿੱਧੀਆਂ ਜੇ ਗੱਲਾਂ ਕਰਾਂਗੇ ਤੇ ਲੰਬੇ ਦੌਰ 'ਚ ਜੇ ਜੀਵਨ ਲੰਬਾ ਹੁੰਦਾ, ਸਾਡੇ ਵਾਂਗੂ ਸਾਰਿਆਂ ਦਾ ਆਖਰੀ ਸਟੇਜ ਤੇ ਸਾਡਾ ਵੀ ਜਿਵੇਂ ਆ, ਤਾਂ ਫਿਰ ਉਹ ਸਵਾਲ ਬਾਰ-ਬਾਰ ਹੌਂਟ ਕਰਦੇ ਆ, ਕਿਉਂਕਿ ਇਹੋ ਜਿਹੀਆਂ ਮੂਵਮੈਂਟਾਂ ਤੁਹਾਡੀ ਸਾਰੀ ਉਮਰ 'ਚ ਕੋਟ ਹੋਣੀਆਂ। ਤੁਹਾਨੂੰ ਇਹ ਤਾਂ ਪਤਾ ਹੀ ਹੋਊਗਾ ਵੀ ਅਸੀਂ ਉਦੋਂ ਕੀ ਕਰਦੇ ਸੀ। ਇਸ ਲਈ ਮੇਰੀ ਤੇ ਬੇਨਤੀ ਸਾਰੇ ਹੀ ਜਰਨਲਿਸਟਾਂ ਨੂੰ, ਖਾਸ ਕਰ ਯੰਗ ਜਰਨਲਿਸਟਾਂ ਨੂੰ ਹੋਊਗੀ ਕਿ ਇੱਕ ਇਤਿਹਾਸਿਕ ਮੂਵਮੈਂਟ ਹੈਗੀ ਆ, ਇੱਕ ਮੌਕਾ ਹੈਗਾ, ਉਹਦੇ 'ਚ ਆਪਣੇ ਪੱਧਰ ਤੇ ਜੋ ਠੀਕ ਸਮਝਦੇ ਆ। ਇਹ ਨਹੀਂ ਵੀ ਹਰ ਇੱਕ ਗੱਲ ਨੂੰ ਤੁਸੀਂ ਕੋਈ ਧੂਤੇ ਬਣ ਜਾਓ ਕਿਸੇ ਦੇ, ਪਰ ਜੋ ਇਮਾਨਦਾਰੀ, ਇੱਕ ਪ੍ਰੋਫੈਸ਼ਨਲ ਜਰਨਲਿਜ਼ਮ ਹੁੰਦਾ ਓਵਰਆਲ ਲੋਕਾਂ ਦੇ ਹੱਕ ਵਿੱਚ, ਕਿਉਂਕਿ ਲੋਕ ਵਿਕਟਮ ਆ ਇਸ ਵੇਲੇ, ਲੋਕ ਪੀੜਤ ਆ, ਉਹ ਕਿਵੇਂ ਆਪਣੀ ਜਿਹੜੀ ਕਲਾਕਾਰੀ ਆ ਜਾਂ ਆਪਣਾ ਮਾਧਿਅਮ ਆ ਉਹ ਵਰਤ ਸਕਦੇ ਆ, ਉਹਨਾਂ ਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਹਾਂਜੀ ਸੁਖਵਿੰਦਰ। ਪ੍ਰੋਫੈਸਰ ਸਾਹਿਬ, ਇੱਕ ਹੋਰ ਮੇਰੇ ਧਿਆਨ ਵਿੱਚ ਹੁਣੇ ਆ ਰਿਹਾ ਸੀ, ਕਿਉਂਕਿ ਗੱਲ ਆਪਣੀ ਬੜੀ ਵਧੀਆ ਚੱਲ ਰਹੀ ਹੈ, ਮੇਰੇ ਧਿਆਨ 'ਚ ਆ ਰਿਹਾ ਸੀ ਕਿ ਇੱਕ ਵਿਲੱਖਣਤਾ, ਜਦੋਂ ਆਪਾਂ ਚੁਣੌਤੀਆਂ ਦੀ ਗੱਲ ਕਰਦੇ ਹਾਂ ਤਾਂ ਅੰਦੋਲਨ ਦੀ ਇੱਕ ਵਿਲੱਖਣਤਾ ਮੈਂ ਦੇਖੀ ਕਿ ਇੱਕ ਪਾਸੇ ਟਿਕਰੀ ਬਾਰਡਰ, ਉੱਥੇ ਵੀ ਪੰਜਾਬ ਦੀਆਂ ਜਥੇਬੰਦੀਆਂ, ਜੋਗਿੰਦਰ ਸਿੰਘ ਉਗਰਾਹਾਂ ਹੋ ਗਏ ਜਾਂ ਹੋਰ ਨਾਲ ਉਹਨਾਂ ਦੇ ਜੋ ਵੀ ਨੇ। ਜੇ ਆਪਾਂ ਸਿੰਘੂ ਬਾਰਡਰ ਦੇਖੀਏ, ਮੇਨ ਸਟੇਜ ਸੰਯੁਕਤ ਕਿਸਾਨ ਮੋਰਚੇ ਦੀ, ਉੱਥੇ ਵੀ ਪੰਜਾਬ ਦੀਆਂ ਜਥੇਬੰਦੀਆਂ ਦਾ ਬੋਲਬਾਲਾ ਪੰਜਾਬੀ ਸਭ ਤੋਂ ਵੱਡੀ ਗਿਣਤੀ ਦੇ ਵਿੱਚ। ਜੇ ਆਪਾਂ ਪਿਛਲੀ ਸਟੇਜ ਦੇਖੀਏ ਪੰਧੇਰ ਪੰਨੂ ਦੀ, ਉੱਥੇ ਵੀ ਪੰਜਾਬ ਦੀਆਂ ਜਥੇਬੰਦੀਆਂ।
ਗਾਜ਼ੀਪੁਰ ਵਾਲੇ ਪਾਸੇ ਦੇਖੀਏ, ਉੱਥੇ ਵੀ ਸਾਡੇ ਪੰਜਾਬੀ ਸਿੱਖ ਭਾਈਚਾਰਾ ਵਧੇਰੇ ਗਿਣਤੀ ਦੇ ਵਿੱਚ, ਭਾਵੇਂ ਕਿ ਉੱਥੋਂ ਦੀ ਕਮਾਨ ਟਕੈਤ ਸਾਹਿਬ ਦੇ ਹੱਥ ਵਿੱਚ ਹੈ। ਮਤਲਬ ਕਿ ਸਰਕਾਰ ਨੂੰ ਇਹੀ ਚੀਜ਼ ਚੁੱਭਦੀ ਹੋਣੀ ਕਿ ਪੰਜਾਬੀਆਂ ਦਾ ਹੀ ਸਾਰੇ ਪਾਸੇ ਕਬਜ਼ਾ ਆ, ਸਾਰੇ ਪਾਸੇ ਪੰਜਾਬੀ ਵਧੇਰੇ ਨਜ਼ਰ ਆ ਰਹੇ ਨੇ, ਇਹਨਾਂ ਦਾ ਹੀ ਬੋਲਬਾਲਾ ਆ, ਇਹਨਾਂ ਦੀ ਸੱਭਿਆਚਾਰ, ਇਹਨਾਂ ਦੀ ਸੱਭਿਅਤਾ ਦੀ ਤੂਤੀ ਬੋਲਦੀ ਹੈ। ਦੂਜੀ ਗੱਲ ਇਹ ਕਿ ਤਕਰੀਬਨ ਜਿਵੇਂ 32-33 ਜਥੇਬੰਦੀਆਂ ਪੰਜਾਬ ਦੀਆਂ ਤੇ 500 ਦੇ ਕਰੀਬ ਕਹਿੰਦੇ ਕਿ ਓਵਰਆਲ ਜਿਹੜੀਆਂ ਜਥੇਬੰਦੀਆਂ ਬਣਦੀਆਂ ਦੇਸ਼ ਭਰ ਦੀਆਂ, ਤੇ ਉਹ ਸਾਰੀਆਂ ਇਹਨਾਂ ਮਤਲਬ ਕਿ ਪੰਜਾਬ ਦੇ ਇਹਨਾਂ ਮੰਚਾਂ ਦੇ ਇਰਦ ਗਿਰਦ ਹੀ ਨੇ, ਇਹ ਸਭ ਦੇ ਉੱਤੇ। ਇਸੇ ਕਰਕੇ ਸੁਖਵਿੰਦਰ, ਸਾਡੀ ਜਿਹੜੀ ਪੰਜਾਬੀਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਹੈ ਦੂਜੀਆਂ ਯੂਨੀਅਨਾਂ ਨਾਲੋਂ ਜਾਂ ਦੂਜੇ ਸਾਰੇ ਸਮੁਦਾਇ ਨਾਲੋਂ, ਕਿਉਂਕਿ ਇੱਕ ਤੇ ਅਸੀਂ ਆਪਣੀਆਂ ਪੱਗਾਂ ਕਰਕੇ ਦਾੜੇ ਜਿਹੜੇ ਆ ਐਨ ਬੱਬਰ ਸ਼ੇਰਾਂ ਵਾਂਗੂ ਅਸੀਂ ਗਰਜਦੇ ਵੀ ਹੈਗੇ ਆ, ਇਹ ਸਾਰਾ ਸਾਡਾ ਅਲੱਗ ਪਹਿਰਾਵਾ, ਬੋਲੀ, ਦਿੱਖ, ਉਹ ਲੋਕ ਆਇਡੈਂਟੀਫਾਈਏਬਲ ਆ। ਹੁਣ ਇਹ ਹਰਿਆਣੇ ਦਾ ਕਿਸਾਨ ਆ ਜਾਂ ਯੂਪੀ ਦਾ ਕਿਸਾਨ ਆ, ਗਾਜ਼ੀਆਬਾਦ ਦਾ ਕਿਸਾਨ ਆ, ਤੁਹਾਨੂੰ ਬਹੁਤਾ ਇੱਕਦਮ ਦੇਖ ਕੇ ਓਬਵੀਅਸਲੀ ਪਤਾ ਨਹੀਂ ਲੱਗੂਗਾ, ਹੈ ਨਾ। ਹਰਿਆਣੇ ਵਾਲਿਆਂ ਨੂੰ ਤਾਂ ਲੱਗ ਜੂਗਾ, ਬਾਹਰਲੇ ਲੋਕਾਂ ਨੂੰ ਨਹੀਂ ਲੱਗੂਗਾ, ਪਰ ਸਾਡੇ ਜਿਹੜੇ ਦਸਤਾਰ ਆ, ਦੂਰੋਂ ਪਤਾ ਲੱਗਦਾ ਪਿਆ ਉਹ ਸਰਦਾਰ ਹੈਗਾ। ਇੱਥੇ ਮੈਂ ਗੱਲ ਜੋੜਦਾ, ਮੈਂ ਕਿਸੇ ਕਿਸਾਨ ਆਗੂ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਅਸੀਂ ਜਦੋਂ ਬਾਕੀ ਸੂਬਿਆਂ 'ਚ ਪ੍ਰਚਾਰ ਕਰਨ ਜਾਂਦੇ ਆ ਤੇ ਉਹ ਲੋਕ ਸਾਨੂੰ ਕਹਿੰਦੇ ਨੇ ਕਿ ਇੱਕ ਨਾਲ ਸਰਦਾਰ ਪੱਗ ਵਾਲਾ ਜ਼ਰੂਰ ਕਿਸਾਨ ਲੀਡਰ ਲਿਆਇਓ, ਜਿਹੜਾ ਇੱਥੇ ਲੋਕਾਂ ਨੂੰ ਕਹਿੰਦੇ। ਮੈਂ ਹੁਣ ਤੁਹਾਡੇ ਉੱਥੇ ਹੀ ਆਉਣ ਲੱਗਾ, ਉੱਥੇ ਸੁਖਵਿੰਦਰ ਆਉਣ ਲੱਗਾ। ਜਿੰਨਾ ਸਿੱਖੀ ਤੇ ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਪਿਛਲੇ 100 ਸਾਲ 'ਚ ਨਹੀਂ ਹੋਇਆ, ਉਹ ਇਸ ਮੂਵਮੈਂਟ ਨੇ ਜਾਣੀ ਪਹਿਲੇ 100 ਦਿਨ 'ਚ ਕਰਤਾ ਸੀ। ਉਹ ਲਗਾਤਾਰ ਹੋ ਰਿਹਾ। ਉਹਦਾ ਕਾਰਨ ਆ ਕਿ ਜੋ ਉੱਥੇ ਤੁਸੀਂ ਇੱਕ ਨਵੇਂ ਸ਼ਹਿਰ ਵਸਾ ਕੇ ਆਪਣੇ ਉਸ ਕਿਰਦਾਰ 'ਚ, ਅਸਲ 'ਚ ਕਰਮਾਂ 'ਚ ਸਾਰਾ ਕੁਝ ਕਰਤਾ, ਪ੍ਰੈਕਟੀਕਲ ਕਰਕੇ ਦਿਖਾਤਾ ਕਿ ਜਿੱਥੇ ਹਰ ਚੀਜ਼ ਮੁਫਤ ਆ, ਜਿੱਥੇ ਹਰ ਗਰੀਬ ਗੁਰਬਾ ਰੈਗ ਪਿਕਰ ਤੋਂ ਲੈ ਕੇ ਵੱਡੇ ਤੋਂ ਵੱਡਾ ਰਾਜਾ ਮਹਾਰਾਜਾ ਸੰਤ ਮਹਾਤਮਾ ਲਾਈਨ 'ਚ ਬਹਿ ਕੇ ਖਾ ਰਿਹਾ। ਇਹ ਕਿਤੇ ਦੁਨੀਆ 'ਚ, ਇੰਡੀਆ 'ਚ ਤੁਹਾਨੂੰ ਕਿਤੇ ਨਜ਼ਾਰਾ ਦੇਖਣ ਨੂੰ ਮਿਲਦਾ, ਦੁਨੀਆ 'ਚ ਵੀ ਨਹੀਂ ਮਿਲੂਗਾ। ਇੰਡੀਆ ਜਿੱਥੇ ਇਹਨਾਂ ਜਾਤੀਆਂ 'ਚ ਤੇ ਨਫ਼ਰਤ 'ਚ ਤੇ ਇੱਕ ਦੂਜੇ ਨਾਲ ਭਾਵਨਾ ਦੇ ਵਿਰੋਧੀ ਭਾਵਨਾ ਨਾਲ, ਖਾਸ ਕਰਕੇ ਜਿਹੜੀ ਮਨੂ ਸਮ੍ਰਿਤੀ ਹੈਗੀ ਆ ਜਾਂ ਮਨੂਵਾਦੀ ਸੋਚ ਆ, ਉਹ ਕਿਵੇਂ ਲੋਕਾਂ 'ਚ ਨਫ਼ਰਤ ਪਾ ਕੇ ਰੱਖਦੀ, ਉਸ ਨੂੰ ਕਾਊਂਟਰ ਕਰਕੇ ਸਾਰੇ ਬੈਰੀਕੇਡ ਤੋੜ ਕੇ ਪਹੁੰਚ ਜਾਣਾ ਤੁਸੀਂ ਕਿ ਅਸੀਂ ਤੇ ਧਰਤੀ ਨਾਲ ਜੁੜੇ ਆ, ਧਰਤੀ ਤੇ ਬਹਿ ਕੇ ਖਾਂਦੇ ਆ ਔਰ ਧਰਤੀ ਦੇ ਜਾਏ ਆ, ਔਰ ਅਸੀਂ ਇਸ ਧਰਤੀ ਦੇ ਮਾਲਕ ਵੀ ਹੈ। ਤੁਸੀਂ ਅਸਲੀ ਮਾਲਕ ਨਹੀਂ ਜਿਹੜੇ ਕਬਜ਼ਾ ਕਰਨ ਦੀ ਧਰਤੀ ਆ ਗਏ ਆ, ਕਿਉਂਕਿ ਅਸੀਂ ਧਰਤੀ ਨਾਲ ਜੁੜੇ ਹੋਏ ਆ, ਅਸੀਂ ਸਭ ਤੋਂ ਪੁਰਾਣੇ ਇਹਦੇ ਵਸਿੰਦੇ ਹੈਗੇ ਆ। ਸਾਡੇ ਜਿਹੜੇ ਜੱਦੀ ਅਧਿਕਾਰ ਹੈਗੇ ਇਸ ਜ਼ਮੀਨ ਤੇ, ਇਸ ਹਵਾ ਤੇ, ਇਸ ਪਾਣੀ ਤੇ, ਇਹ ਛੋਟੀਆਂ ਗੱਲਾਂ ਨਹੀਂ ਹੈ। ਉਸ ਨੂੰ ਪ੍ਰੈਕਟੀਕਲੀ ਕਿ ਜੇ ਸਾਡੇ ਕਬਜ਼ੇ ਹੋਣ, ਜੇ ਸਾਡੀ ਮੱਤ ਤੇ ਚੱਲੋ, ਜੇ ਪੰਜਾਬੀਅਤ ਤੇ ਚੱਲੋ ਤੇ ਸਿੱਖੀ ਦੀ ਉਸ ਪ੍ਰਥਾ ਦੇ ਵਿੱਚ ਰਹਿ ਕੇ ਚੱਲੋ, ਤਾਂ ਲਾਈਫ ਜਿਹੜੀ ਆ ਉਹ ਇੱਕ ਬਿਲਕੁਲ ਹੀ ਸੁਖਾਵੀਂ, ਜਿਹਦੇ ਵਿੱਚ ਸਮੁੱਚਤਾ ਜਿਹੜੀ ਹੋਊਗੀ ਜਾਂ ਸਭੇ ਸਾਂਝੀਵਾਲਤਾ ਦੇ ਜਿਹੜੇ ਪ੍ਰਿੰਸੀਪਲ ਆ, ਉਸ ਦੇ ਮੁਤਾਬਿਕ ਚੱਲੋਗੇ ਤੇ ਕਿੰਨੇ ਦੁੱਖ ਦਰਦ ਤੁਹਾਡੇ ਕਸ਼ਟ ਕੱਟੇ ਜਾਂਦੇ ਆ। ਕਿਸੇ ਨੂੰ ਕੋਈ ਚਿੰਤਾ ਨਹੀਂ, ਉਹਨਾਂ ਨੂੰ ਪਤਾ ਕਿ ਸਾਰਾ ਸਮਾਜ ਮੇਰੇ ਨਾਲ ਖੜਾ, ਕਿਸੇ ਦੇ ਪਰਿਵਾਰ ਦਾ ਕੋਈ ਉਹਦੇ ਤੇ ਦਬਾਅ ਨਹੀਂ। ਜਿਹੜੀਆਂ ਪਰਿਵਾਰਾਂ 'ਚ ਲੜਾਈਆਂ ਹੁੰਦੀਆਂ, ਪਤਾ ਕਿ ਸਾਰਾ ਸਮਾਜ ਮੇਰੇ ਨਾਲ ਖੜਾ। ਕੋਈ ਕਿਸੇ ਦੇ ਵਾਧ ਘਾਟ ਹੋਏ ਤੇ ਉਹ ਸਮਾਜ ਹੀ ਦੂਰ ਵੀ ਕਰ ਦਿੰਦਾ, ਬਿਠਾ ਕੇ ਸਮਝਾ ਵੀ ਦਿੰਦਾ। ਅਸੀਂ ਜਿਹੜੇ ਸ਼ਹਿਰੀ ਜੀਵਨ ਦੇ ਵਿੱਚ ਨੀਰਸ ਜੀਵਨ ਜੀਨੇ ਆ, ਉਸੇ ਵੱਲ ਸਾਨੂੰ ਇਹ ਤਿੰਨੇ ਕਾਨੂੰਨ ਹੋਰ ਸ਼ਹਿਰੀ ਜੀਵਨ ਵੱਲ ਧੱਕਣਾ ਚਾਹੁੰਦੇ ਆ। ਉਸ ਨੀਰਸ ਜੀਵਨ ਤੇ ਜਿੱਥੇ ਹਰ ਚੀਜ਼ ਵਿਕਦੀ ਹੈ, ਹਰ ਚੀਜ਼ ਨੂੰ ਵੇਚਣ ਲਈ ਸੋਚਿਆ ਤੇ ਕੀਤਾ ਜਾਂਦਾ, ਉਸ ਤੋਂ ਬਾਹਰ ਕੱਢ ਕੇ ਚੀਜ਼ਾਂ ਜਿਵੇਂ ਹੈ ਉਂਝ ਉਸ ਦਾ ਰੂਪ ਵੀ ਦਿਖਾਇਆ ਜਾਂਦਾ ਔਰ ਸਮਾਜ ਨੂੰ ਅੱਗੇ ਰੱਖ ਕੇ ਤੁਹਾਡੇ ਐਕਸ਼ਨ ਕੀਤੇ ਜਾਂਦੇ ਕਿ ਮੈਂ ਇਸ ਸਮਾਜ ਤੋਂ ਲੈਣਾ ਨਹੀਂ, ਮੈਂ ਸਮਾਜ ਨੂੰ ਕਿੰਨਾ ਦੇ ਸਕਦਾ। ਜੇ ਸਮਾਜ ਤਕੜਾ ਤੇ ਮੈਂ ਸਮਾਜ ਦੇ ਹਿੱਸੇ ਤੌਰ ਤੇ ਆਪ ਤਕੜਾ। ਯਾਨੀ ਜੇ ਮੇਰੀ ਅੱਖ ਦੀ ਨਿਗਾਹ ਤਾਂ ਹੀ ਠੀਕ ਹੋਊਗੀ ਜੇ ਮੇਰਾ ਸਾਰਾ ਸਰੀਰ ਤਕੜਾ। ਮੇਰੇ ਦੰਦ ਵੀ ਤਾਂ ਹੀ ਬੁੱਢੀ ਉਮਰ ਤੱਕ ਨਹੀਂ ਝੜਨਗੇ ਜੇ ਮੇਰਾ ਸਾਰਾ ਸਰੀਰ ਤਕੜਾ। ਇਹ ਸੋਚ ਜਿਹੜੀ ਹੈ ਕਿ ਜੇ ਸਮੁੱਚਾ ਸਮਾਜ ਸੁਥਰਾ, ਪਿਆਰ ਨਾਲ ਰਹਿੰਦਾ, ਸਤਿਕਾਰ ਨਾਲ ਰਹਿੰਦਾ, ਅਦਬ ਨਾਲ ਰਹਿੰਦਾ, ਇੱਕ ਦੂਜੇ 'ਚ ਭਰੋਸਾ ਕਰਕੇ ਰਹਿੰਦਾ, ਏਕੇ ਨਾਲ ਰਹਿੰਦਾ, ਤਾਂ ਫਿਰ ਮੈਂ ਵੀ ਐਜ਼ ਇੰਡੀਵਿਜੂਅਲ ਉਹਦਾ ਜਿਹੜਾ ਹਿੱਸਾ ਆ, ਮੇਰਾ ਵੀ ਬਹੁਤ, ਮੇਰੀ ਆਪਣੀ ਮਾਨਸਿਕ ਤੇ ਫਿਜ਼ੀਕਲ ਸਿਹਤ ਬੜੀ ਚੰਗੀ ਰਹੂਗੀ। ਇਹ ਫਲਸਫਾ ਉੱਥੇ ਟਿਕਰੀ ਤੇ ਸਿੰਘੂ ਬਾਰਡਰ ਤੇ ਪ੍ਰੈਕਟੀਕਲੀ ਧਰਾਤਲ ਤੇ ਦਿਖਾਇਆ ਜਾ ਰਿਹਾ। ਤੁਸੀਂ ਨਹੀਂ ਮੇਰੇ ਨਾਲ ਪਤਾ ਨਹੀਂ ਸਹਿਮਤ ਹੋ ਗਏ ਕਿ ਨਹੀਂ, ਮੈਂ ਤੇ ਹਰ ਵਾਰੀ ਜਾ ਕੇ ਦੇਖਣੀ ਹੈ ਜਾਣਾ ਕਿ ਕਿਆ ਇੱਕ ਅਲੱਗ ਕਿਸਮ ਦੀ ਜ਼ਿੰਦਗੀ ਹੈ ਜਿਹੜੀ ਪੂਰੇ ਵੈਸਟ ਵਿੱਚ ਨਹੀਂ ਮਿਲਦੀ, ਪੂਰੇ ਭਾਰਤ 'ਚ ਨਹੀਂ ਮਿਲਦੀ। ਕੋਈ ਤੁਹਾਨੂੰ ਧਰਮ ਨਹੀਂ ਪੁੱਛਦਾ, ਕੋਈ ਜਾਤ ਨਹੀਂ ਪੁੱਛਦਾ। ਉੱਥੇ ਮਲੇਰਕੋਟਲੇ ਵਾਲੇ ਮੁਸਲਮਾਨ ਆਪਣਾ ਜਰਦਾ ਖਿਲਾ ਰਹੇ ਆ, ਇਸੇ ਤਰੀਕੇ ਨਾਲ ਦਿੱਲੀ ਵਾਲੇ ਮੁਸਲਮਾਨ ਭਾਈਚਾਰਾ ਵੀ ਆਪਣੀ ਸੇਵਾ ਕਰ ਰਿਹਾ, ਸਿੱਖ ਵੀ ਕਰ ਰਿਹਾ,
ਮੇਰੇ ਵੀਰ ਵੀ ਉੱਥੇ ਦੁੱਧ ਲਿਆ ਰਹੇ, ਸਬਜ਼ੀਆਂ ਲਿਆ ਰਹੇ, ਉਹ ਆਪਣੇ ਬਾਲਣ ਲਿਆ ਰਹੇ, ਆਪਣੀ ਸੇਵਾ ਕਰ ਰਹੇ। ਕਿਸੇ ਨੂੰ ਕੋਈ ਧਰਮ ਦਾ ਕੋਈ ਹੈ ਨਹੀਂ, ਧਰਮ ਹੈ ਉਹ ਲੱਗਦਾ ਯਾਰ ਹੈ ਹੀ ਨਹੀਂ ਹੁੰਦਾ, ਜਾਤ ਦਾ ਲੱਗਦਾ ਕਿ ਇੱਥੇ ਥਾਂ ਹੀ ਨਹੀਂ ਹੈਗੀ ਕੋਈ, ਜਿਹੜਾ ਜਾਨੀ ਸ਼ਾਇਦ ਜਾਤ ਦਾ ਸੋਚ ਵੀ ਨਹੀਂ ਸਕਦਾ। ਤੁਸੀਂ ਗੱਲ ਤੇ ਕੀ ਕਰਨੀ, ਉੱਥੇ ਸੋਚ ਵੀ ਨਹੀਂ ਸਕਦਾ ਕਿ ਕਿਹਦੇ ਬਾਰੇ, ਜਾਤ ਬਾਰੇ ਗੱਲ ਕਰਨੀ। ਇਹੋ ਜਿਹਾ ਮਾਹੌਲ ਆ। ਇਹਦਾ ਮਤਲਬ ਇੱਕ ਬੜਾ ਨਵਾਂ ਇਨਕਲਾਬ ਆ। ਔਰ ਜੋ ਅਸਲੀ ਸਿੱਖ ਗੁਰੂ ਜਾਂ ਪੰਜਾਬੀਅਤ ਦੀ ਅਸਲੀ ਖਸਲਤ ਜਾਂ ਉਹਦਾ ਕਰੈਕਟਰ ਸੀ, ਉਹ ਉੱਥੇ ਦੇਖਣ ਨੂੰ ਮਿਲਦਾ। ਇਹਦਾ ਸਾਰੇ ਦੇਸ਼ ਵਿੱਚ ਜਿਹੜਾ ਤੁਸੀਂ ਸਵਾਲ ਖੜਾ ਕੀਤਾ, ਮੈਸੇਜ ਗਿਆ। ਇਹ ਪਹਿਲੀ ਵਾਰੀ ਆ। ਕਦੀ ਐਸਜੀਪੀਸੀ ਇੰਨਾ ਨਹੀਂ ਕਰ ਸਕੀ, ਕਦੀ ਸ਼੍ਰੋਮਣੀ ਅਕਾਲੀ ਦਲ ਇੰਨੇ ਵੱਡੇ ਪੱਧਰ ਤੇ ਉਹ ਮੈਸੇਜ ਨਹੀਂ ਦੇ ਸਕਿਆ ਜੋ ਕਿਸਾਨਾਂ ਦੀ ਮੂਵਮੈਂਟ ਦੇ ਰੂਪ ਵਿੱਚ ਹੁਣ ਜਾ ਰਿਹਾ। ਇਸੇ ਲਈ ਮੈਂ ਕਹਿੰਦਾ ਬਾਰ-ਬਾਰ, ਹੁਣ ਮੈਂ ਜਿਹੜੀ ਵੱਡੀ ਗੱਲ ਆਪਣੀ ਵੱਲੋਂ ਸਮਝਦਾ ਕਰਨ ਲੱਗਾ, ਇਸੇ ਚੀਜ਼ ਨੂੰ ਛੁਟਿਆਉਣਾ ਨਹੀਂ ਚਾਹੀਦਾ, ਇਹਨੂੰ ਤਾਰ ਪੀਡੋ ਨਹੀਂ ਕਰਨਾ ਚਾਹੀਦਾ। ਇਹਦੇ ਚੋਂ ਕੋਈ ਹੋਰ ਅਲੱਗ ਕਿਸਮ ਦੇ ਖੜੇ ਖਾਲਿਸਤਾਨ ਦੇ ਏਜੰਡੇ ਖੜੇ ਨਹੀਂ ਕਰਨ ਦੇਣੇ ਚਾਹੀਦੇ, ਕਿਉਂਕਿ ਸਭ ਤੋਂ ਵੱਡਾ ਸਿੱਖੀ ਦਾ ਏਜੰਡਾ ਕਹਿ ਲਓ ਜਾਂ ਪੰਜਾਬੀਅਤ ਦਾ ਏਜੰਡਾ ਆਲਰੇਡੀ ਉੱਥੇ ਦੇਖਣ ਨੂੰ ਜਿਹੜਾ ਅਸਲੀ ਰੂਪ ਦੇ ਵਿੱਚ ਮਿਲ ਰਿਹਾ, ਤੇ ਉਹਦੀ ਮਹਿਮਾ, ਉਹਦੀ ਚਰਚਾ ਦੇਸ਼ ਤੇ ਪੂਰੇ ਦੇਸ਼ ਤੇ ਵਿਦੇਸ਼ਾਂ ਵਿੱਚ ਹੋ ਰਹੀ ਹੈ। ਇਸ ਨੂੰ ਚੱਲਣ ਦਿਓ, ਇਸ ਨੂੰ ਕਾਮਯਾਬ ਹੋਣ ਦਿਓ। ਹੋਰ ਇਹਦੇ ਚੋਂ ਕੋਈ ਵਾਧੂ ਏਜੰਡੇ, ਕਦੀ ਰਾਜਨੀਤੀ ਤੇ 2022 ਆ ਗਿਆ ਤੇ 2025 ਚਲਾ ਗਿਆ ਤੇ ਇਹ ਉਹ ਗੱਲਾਂ ਨਾ ਕਰੋ। ਤੁਸੀਂ ਇੱਕ ਸਮਾਜਿਕ ਤੇ ਰਾਜਨੀਤਿਕ ਇਨਕਲਾਬ ਦੀ ਦੇਸ਼ ਦੇ ਅੰਦਰ ਬਹੁਤ ਵੱਡੀ ਬੁਨਿਆਦ ਰੱਖੀ ਹੈ, ਜਿਹੜੇ ਤੁਹਾਡੇ ਗੁਰੂ ਸਾਹਿਬਾਨ ਤੁਹਾਡੀ ਡਿਊਟੀ ਲਾ ਕੇ ਗਏ ਸੀ, ਜਿਹਦੇ ਤੇ ਅਸੀਂ ਪੂਰੇ ਨਹੀਂ ਸੀ ਉਤਰ ਪਾਏ। ਅੱਜ ਉਹ ਤੁਹਾਨੂੰ ਉੱਥੇ ਪ੍ਰਦਰਸ਼ਨ ਕਰਨ ਦਾ ਔਰ ਲੋਕਾਂ ਦੇ ਵਿੱਚ ਉਹ ਸੁਨੇਹਾ ਭੇਜਣ ਦਾ ਬਹੁਤ ਵੱਡਾ ਇੱਕ ਸਥਾਨ ਤੇ ਇੱਕ ਪਲੇਟਫਾਰਮ ਆ। ਉਸ ਦੇ ਰਾਹੀਂ ਉਹਨੂੰ ਲਗਾਤਾਰ ਸੰਜੀਦਾ ਢੰਗ ਨਾਲ ਉਸ ਮੈਸੇਜ ਨੂੰ ਭੇਜਦੇ ਰਹੋ। ਇਹਦੇ 'ਚ ਹੀ ਤੁਹਾਡਾ ਸਾਰੇ ਦੇਸ਼ ਦੇ ਵਿੱਚ ਜੋ ਬੱਲੇ ਬੱਲੇ ਹੋਊਗੀ, ਤੁਹਾਡੀਆਂ ਜਿਹੜੇ ਦਸਤਾਰਾਂ ਆ ਉਹਨਾਂ ਦੀ ਜੋ ਬੱਲੇ ਬੱਲੇ ਹੋਊਗੀ, ਜੋ ਤੁਹਾਡੇ ਸੱਭਿਆਚਾਰ ਤੇ ਤੁਹਾਡੀ ਬਹਾਦਰੀ ਦੀ ਬੱਲੇ ਬੱਲੇ ਹੋਊਗੀ, ਇਹ ਹੀ ਇੱਕ ਤੁਹਾਡੀ ਅਸਲੀ ਕਾਮਯਾਬੀ ਦਾ ਸਬੂਤ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲੂਗਾ। ਹਾਂਜੀ ਸੁਖਵਿੰਦਰ, ਬਿਲਕੁਲ ਬਿਲकुल ਇਹੀ ਖਾਲਸ ਕਿਸਾਨੀ ਅੰਦੋਲਨ ਹੈ। ਪ੍ਰੋਫੈਸਰ ਸਾਹਿਬ ਸਭਾ ਮੈਂ ਮੇਰੇ ਖਿਆਲ 'ਚ ਆਪਾਂ ਕਾਫੀ ਲੈ ਗਏ। ਮੇਰਾ ਆਖਰੀ ਸਵਾਲ, ਮੈਂ ਇੱਕ ਵਾਰ ਫਿਰ ਥੋੜਾ ਸਿਆਸੀ ਗੇਅਰ ਪਾਣਾ। ਜਦੋਂ ਆਪਾਂ ਕੇਂਦਰ ਦੀ ਗੱਲ ਕਰ ਦਿੰਦੇ ਆ, ਕਿਸਾਨੀ ਅੰਦੋਲਨ ਨੂੰ ਚੁਣੌਤੀਆਂ ਦੀ ਗੱਲ ਕਰਦੇ ਆ, ਇਸ ਸਭ ਦੇ ਵਿਚਾਲੇ ਮੇਰੇ ਹਿਸਾਬ ਨਾਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਮਨਫੀ ਨਹੀਂ ਕਰਨਾ ਚਾਹੀਦਾ। ਤੁਸੀਂ ਕਿੱਦਾਂ ਦੇਖਦੇ ਹੋ? ਪੰਜਾਬ ਸਰਕਾਰ ਨੇ ਭਾਵੇਂ ਕਿ ਕਿਸਾਨ ਅੰਦੋਲਨ ਨੂੰ ਬਲ ਦਿੱਤਾ, ਇਹਨਾਂ ਨੂੰ ਬ੍ਰੇਕਾਂ ਨਹੀਂ ਲਾਈਆਂ, ਪਰ ਹੁਣ ਉਹਦੇ ਸਾਹਮਣੇ ਆ ਰਿਹਾ, ਉਹ ਬੜੇ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿ ਆਖਿਰਕਾਰ ਸਿਆਸਤ ਕਿਸ ਤਰ੍ਹਾਂ ਕਿਸਾਨਾਂ ਦੇ ਮੋਢਿਆਂ ਦੇ ਉੱਤੇ ਕਿਸ ਤਰ੍ਹਾਂ ਖੇਡੀ ਗਈ ਕਿਸਾਨਾਂ ਦੇ ਉੱਤੇ। ਸੁਖਵਿੰਦਰ, ਸਰਕਾਰਾਂ ਹੀ ਹੁੰਦੀਆਂ ਤੇ ਰਾਜੇ ਹੀ ਹੁੰਦੇ ਆ। ਸਰਕਾਰਾਂ ਨੇ ਇੱਕ ਦੂਜੇ ਨਾਲ ਮਿਲ ਕੇ ਚੱਲਣਾ ਹੁੰਦਾ, ਉਹੀ ਪੰਜਾਬ ਸਰਕਾਰ ਕਰ ਰਹੀ ਹੈ। ਉਹ ਆਪਣਾ ਉਹ ਰੂਪ ਨਹੀਂ ਜਿਹੜਾ 2005 ਦੇ ਵਿੱਚ ਇਹੀ ਕੈਪਟਨ ਸਰਕਾਰ ਨੇ ਪਾਣੀਆਂ ਦੇ ਮਾਮਲੇ ਤੇ ਕੀਤਾ ਸੀ, ਇਹੀ ਬਾਦਲ ਸਰਕਾਰ ਨੇ 2016 ਚ ਫਿਰ SYL ਦੇ ਮੁੱਦੇ ਤੇ ਕੀਤਾ ਸੀ। ਉਹੋ ਜਿਹਾ ਜ਼ਬਰਦਸਤ ਸਟੈਂਡ ਕਾਂਗਰਸ ਦਾ ਦੇਖਣ ਨੂੰ ਨਹੀਂ ਮਿਲਦਾ। ਨਹੀਂ ਤੇ ਅੰਦਰੋਂ ਮੀਟਿੰਗ ਤੋਂ ਬਾਹਰ ਆ ਕੇ ਮਨਪ੍ਰੀਤ ਜੀ ਉਹਨਾਂ ਦਾ ਜਿਵੇਂ ਐਵੇਂ ਫਾਰਮਲ ਜਿਹਾ ਬਿਆਨ ਸੀ, ਕੀ ਕਰੀਏ ਜੀ, ਕਿਹਾ ਤੇ ਸੀਗਾ, ਹੁਣ ਸੁਣਦੇ ਨਹੀਂ, ਸਾਡੇ ਹੱਥ ਖੜੇ, ਇੰਜ ਕਰਦੇ ਹੁੰਦੇ ਪੋਲੀਟੀਸ਼ੀਅਨ। ਇਹ ਤੇ ਇੱਕ ਸਰਕਾਰੀ ਬਿਆਨ ਆ। ਇਸ ਤਰ੍ਹਾਂ ਮੈਂ ਉਹ ਤੇ ਗੱਲ ਦੇਖਦਾ ਆ ਕਿ ਜਿਹੜਾ ਦਿੱਲੀ ਦਾ ਦਬਾਅ ਆ ਉਹਦੇ ਥੱਲੇ ਕਿਤੇ ਨਾ ਕਿਤੇ ਪ੍ਰਭਾਵ ਥੱਲੇ ਪੂਰੇ ਕੰਮ ਕਰ ਰਹੇ ਆ ਕੈਪਟਨ ਸਾਹਿਬ। ਪਰ ਇੰਨਾ ਹੀ ਸੱਤ ਸ਼ੁਕਰ ਕਰੋ ਕਿ ਉਹਨਾਂ ਵੱਡੇ ਪੱਧਰ ਦੇ ਉੱਤੇ ਕਿਸਾਨਾਂ ਦੇ ਵਿਰੁੱਧ ਜਿਹੜਾ ਇਹਨਾਂ ਨੇ ਸਰਕਾਰੀ ਅਪਰੈਸ਼ਨ ਹੁੰਦਾ, ਦਬਦਬਾ ਹੁੰਦਾ, ਹੋਰ ਕਾਲੇ ਕਾਨੂੰਨ ਲਾ ਦੇਣੇ, ਫੜੋ ਫੜਾਈ ਕਰ ਦੇਣੀ, ਉਹ ਜਿਸ ਤਰ੍ਹਾਂ ਰੇਲ ਟਰੈਕ ਖਾਲੀ ਕਰਾ ਦੇਣ, ਉਧਰਲੇ ਪਾਸੇ ਨੂੰ ਨਹੀਂ ਬਹੁਤਾ ਚੱਲੇ। ਇੰਨਾ ਕਿ ਤੁਸੀਂ ਆਪਣੀ ਖੁਸ਼ਕਿਸਮਤੀ ਸਮਝੋ। ਪਰ ਜੇ ਆਪਾਂ ਇਹ ਉਮੀਦ ਕਰੀਏ ਪੰਜਾਬ ਸਰਕਾਰ ਤੋਂ ਕਿ ਉਹ ਸਾਡੇ ਨਾਲ ਕਿਸਾਨਾਂ ਵਾਂਗੂ ਜਾਂ ਹੋਰਨਾਂ ਵਾਂਗੂ ਖੜੇ ਹੋ ਜਾਣਗੇ, ਉਹ ਉਹਨਾਂ ਦੀ ਮੇਰਾ ਖਿਆਲ ਹੈ ਉਹ ਸਾਡੀ ਉਹਨਾਂ ਤੋਂ ਅਨਐਕਸਪੈਕਟਡ ਮਤਲਬ ਇਹ ਕੋਈ ਨਹੀਂ, ਉਮੀਦ ਨਹੀਂ ਬਹੁਤੀ ਲਾਉਣੀ ਚਾਹੀਦੀ। ਉਹਨਾਂ ਨੂੰ ਤੇ ਇੰਨਾ ਹੀ ਫਾਇਦਾ ਹੋ ਗਿਆ ਕਿ ਜਿਹੜੇ ਲੋਕ ਉਹਨਾਂ ਤੋਂ ਜਵਾਬਦੇਹੀ ਜਿਹੜਾ ਕਹਿੰਦਾ ਹੈ, ਮੰਗਦਾ ਹੈ ਜਵਾਬ, ਉਹ ਪੰਜਾਬ ਕੋਈ ਇਹੋ ਜਿਹਾ ਅਕਾਲੀ ਦਲ ਬਾਰ-ਬਾਰ ਮੀਟਿੰਗਾਂ ਕਰ ਰਹੇ ਆ, ਰੈਲੀਆਂ ਕਰ ਰਹੇ ਆ। ਇਹ ਲੋਕਾਂ ਨੇ ਵੀ ਪੰਜਾਬ ਦਿਆਂ ਨੇ ਕਰਨੀਆਂ ਸੀ ਇਹ ਗੱਲਾਂ ਵੀ ਦੱਸੋ ਤੇ ਸਹੀ ਕੀਤਾ ਕੀ। ਉਹ ਇਸ ਕਿਸਾਨ ਮੂਵਮੈਂਟ ਦੇ ਵਿੱਚ ਉਸ ਤੋਂ ਜ਼ਰੂਰ ਲੋਕਾਂ ਦੇ ਗੁੱਸੇ ਤੋਂ ਬਚ ਗਏ ਆ ਉਹ, ਕਿਉਂਕਿ ਲੋਕ ਕਿਸਾਨ ਵੀਰ ਖਾਸ ਕਰਕੇ ਆਪਣੇ ਉਸ ਯੁੱਧ ਦੇ ਵਿੱਚ ਉਤਰੇ ਹੋਏ ਆ। ਅਦਰਵਾਈਜ਼ ਜੇ ਸੋਚੀਏ ਕਿ ਪੋਜ਼ਿਟਿਵਲੀ ਕੋਈ ਬਹੁਤ ਜ਼ਿਆਦਾ ਕੀਤਾ, ਆਪਣੀ ਵੱਲੋਂ ਵੱਧ ਚੜ ਕੇ ਕੀਤਾ, ਮੈਨੂੰ ਕੋਈ ਬਹੁਤਾ ਜ਼ਿਆਦਾ ਉਸ ਪੱਧਰ ਤੇ ਨਹੀਂ ਦੇਖ ਰਿਹਾ। ਹਾਂਜੀ ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਮੇਰੇ ਨਾਲ ਸਿੱਧੇ ਸਵਾਲ ਪ੍ਰੋਗਰਾਮ 'ਚ ਮੌਜੂਦ ਸਨ
ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਗੱਲਬਾਤ ਕੀਤੀ ਹੈ ਅਸੀਂ ਕਿਸਾਨੀ ਅੰਦੋਲਨ, ਦਰਪੇਸ਼ ਮੁਸ਼ਕਲਾਂ, ਚੁਣੌਤੀਆਂ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਕੇਂਦਰ ਸਰਕਾਰ ਨੂੰ ਇਹਦੇ ਨਾਲ ਕੀ ਫਰਕ ਪਿਆ, ਬੀਜੇਪੀ ਨੂੰ ਖਾਸ ਕਰ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।